ਤੁਸੀਂ ਕਿਵੇਂ ਦੇਖਦੇ ਹੋ ਯੂਨੀਫਾਰਮ ਸਿਵਲ ਕੋਡ? ਜੇਕਰ ਤੁਹਾਡੀ ਗੱਲ ਕਰੀਏ ਬਾਬਾ ਕੁਲਜੀਤ ਸਿੰਘ ਲਈ, ਨਿਹੰਗ ਸਿੰਘਾਂ ਲਈ ਜਾਂ ਸਿੱਖ ਧਰਮ ਲਈ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮਾੜਾ ਜੀ? ਫਿਰ ਜਿਹੜੀ ਸਿੱਖ ਜਥੇਬੰਦੀਆਂ ਕੁਝ ਵਿਰੋਧ ਕਰ ਰਹੀਆਂ ਨੇ ਯੂਨੀਫਾਰਮ ਸਿਵਲ ਕੋਡ ਦਾ, ਉਹ ਕਿਉਂ ਕਰਦੀਆਂ? ਉਹਨਾਂ ਨੂੰ ਪਤਾ ਹੀ ਨਹੀਂ ਹਲੇ, ਉਹ ਬੇਵਕੂਫਾ, ਮੈਂ ਤਾਂ ਕਹੂੰਗਾ ਬੇਵਕੂਫਾ ਜਿਹੜੇ ਵਿਰੋਧ ਕਰਦੇ ਆ ਜੀ। ਚਲੋ ਬਾਬਾ ਜੀ, ਮੈਂ ਗੱਲ ਇਹ ਕਰ ਰਿਹਾ ਕਿ ਜੇਕਰ ਅੰਮ੍ਰਿਤਪਾਲ ਦੀ ਜਦੋਂ ਵੀ ਰਿਹਾਈ ਹੁੰਦੀ ਹੈ, ਬਾਬਾ ਕੁਲਜੀਤ ਸਿੰਘ ਜੀ ਵੈਲਕਮ ਕਰਨ ਜਾਣਗੇ? ਨਹੀਂ, ਜੇ ਤੇ ਧਰਮ ਦੀ ਲੜਾਈ ਵਾਸਤੇ ਗਿਆ ਜੀ, ਇਹਦੇ ਵੈਲਕਮ ਕਰਾਂਗੇ। ਲੜਾਈ ਤੇ ਹੋਈ ਜਨਾਨੀ ਪਿੱਛੇ, ਜਿਹੜੀ ਅਜਨਾਲਾ ਘਟਨਾ ਹੋਈ ਸੀ, ਉਹ ਕੁੜੀ ਕਰਕੇ ਹੋਇਆ। ਕੁੜੀ ਕਰਕੇ ਐਡਾ ਵੱਡਾ ਕਾਂਡ ਹੋ ਗਿਆ। ਕੁੜੀ ਕਰਕੇ ਥਾਣੇ ਨੂੰ ਬੰਦਾ ਛਡਾਉਣ ਚਲੇ ਗਿਆ ਜੀ। ਤੁਸੀਂ ਜਾਣਦੇ ਹੋ ਉਸ ਕੁੜੀ ਨੂੰ ਜਿਹਦਾ ਜ਼ਿਕਰ ਕਰ ਰਹੇ ਹੋ? ਜਾਣਦੇ। ਕੀ ਨਾਮ ਹੈ ਉਹਨਾਂ ਦਾ? ਸਭ ਤੋਂ ਪਹਿਲਾਂ ਤੇ ਜਿਹੜੇ ਸਿੱਖ ਵਿਰੋਧ ਕਰਦੇ, ਮੈਂ ਦੱਸਦਾ ਕਿਉਂ ਕਰਦੇ ਆ ਜੀ। ਉੱਥੇ ਦੋ ਬਾਟੇ ਜਿਹੜੇ ਉਹ ਬੰਦ ਹੋ ਜਾਣੇ ਆ, ਜਿਹੜੇ ਅਮਰ ਛਕਾਉਣ ਵੇਲੇ ਕਰਦੇ ਆ। ਦੋ ਪੰਗਤਾਂ ਜਿਹੜੀਆਂ ਉਹ ਬੰਦ ਹੋ ਜਾਣੀਆਂ ਜੀ। ਜਿਹੜੇ ਉਹ ਸ਼ਮਸ਼ਾਨ ਘਾਟ ਲੱਗ ਕਰਦੇ ਆ, ਉਹ ਬੰਦ ਹੋ ਜਾਣੇ ਆ ਜੀ। ਠੀਕ ਆ, ਜਾਤ ਪਾਤ ਦਾ ਭੇਦ ਸਾਰਾ ਮਿਟ ਜਾਣਾ। ਕਈਆਂ ਨੂੰ ਇਸ ਗੱਲ ਤੋਂ ਤਕਲੀਫ ਆ। 3 ਦਿਨਾਂ ਬਾਅਦ ਤੇ ਬੰਦੇ ਦਾ ਥੁੱਕੰਗਾ ਲੱਭਦਾ। ਉੱਥੋਂ ਸਾਰੇ ਸਿੰਪਲ ਲਿੰਦੀ ਪੁਲਿਸ ਜਾ ਕੇ ਜਿਸ ਮੋਟਰ ਤੇ ਕੁੱਟਿਆ, ਸਾਰੀਆਂ ਲੋਕੇਸ਼ਨਾਂ ਉੱਥੇ ਲੱਭਦੀਆਂ। ਫਿਰ ਇਹਦਾ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੀ। ਅੰਮ੍ਰਿਤਪਾਲ ਨੇ 16 ਮਾਰਚ ਨੂੰ ਇਸ ਗੱਲ ਤੇ ਮਾਫੀ ਵੀ ਹੁੰਦੀ ਹੈ। ਆਪਰਵਿੰਦਰ ਝੋਟਾ ਆ, ਇਹਨੂੰ ਕੀ ਅਥਾਰਟੀ ਹੈ ਮੈਨੂੰ ਦੱਸੋ ਪਹਿਲਾਂ। ਐਡੀ ਮਰਸੇ ਦੀ ਗੱਡੀ ਮੈਂ ਕਹਿੰਦਾ ਕਿਸੇ ਵੀਆਈਪੀ ਕੋਲ ਨਹੀਂ ਹੈ, ਦੱਸੋ ਤੁਸੀਂ। ਉਹਦੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਜੀ। ਜਿੰਨਾ ਪੈਸਾ ਇਕੱਠਾ ਕੀਤਾ, ਜੋ ਖੰਡੇ ਹੋਣਾ ਨੇ ਭੇਜਿਆ, ਸਾਰਾ ਉਹਦੇ ਕੋਲ ਹੀ ਆ। ਤੇ ਮੈਂ ਇਹ ਕਰ ਦੂੰ, ਮੈਂ ਫਟ ਮੈਂ ਨਾ ਸਪੀਚ ਸੁਣਦਾ, ਮੈਨੂੰ ਬੜਾ ਹਾਸਾ ਆਇਆ। ਗੰਗਾ ਨਗਰ ਗਿਆ, ਕਹਿੰਦਾ ਮੈਂ ਫਟ ਕੇ ਲਿਆਉਣੇ ਆ, ਜੇ ਸ਼ਹੀਦੀ ਦਾ ਟਾਈਮ ਹੋਇਆ ਮੈਂ ਭੱਜਣ ਨਹੀਂ ਦਿੰਦਾ ਵੀ ਆਪ ਸਭ ਤੋਂ ਪਹਿਲਾਂ ਲੋਕਲ ਆਇਆ ਲੱਭਾ ਹੀ ਨਾ ਜੀ। ਗਨਮੈਨ ਕੌਣ ਲੈਂਦਾ? ਜਿਹੜਾ ਸਰਕਾਰੀ ਬੰਦਾ ਹੋਵੇ ਜੀ। ਤੇ ਲੱਗੇ ਤੁਹਾਡੇ ਕੋਲ ਗਨਮੈਨ ਕਿੱਥੋਂ ਆ ਗਏ? ਹੋ ਸਕਦਾ ਕੋਈ ਲਾਈਫ ਨੂੰ ਥ੍ਰੈਟ ਹੋਵੇ। ਕਾਹਦੀ ਥ੍ਰੈਟ ਹੋਵੇ? ਉਹ ਵੀ ਕਰਦਾ ਕੋਈ ਤਾਂ ਜਿਹਨੇ ਪੁਲਿਸ ਨੇ ਜਾਂ ਇੰਟੈਲੀਜੈਂਸ ਨੇ ਜਿਸਨੇ ਦਿੱਤੇ ਉਹ ਦੱਸ ਜਵਾਬ ਦੇ ਸਕਦਾ ਇਸ ਚੀਜ਼ ਦਾ। ਕੋਈ ਸਿੱਖ ਲੀਡਰ ਜੀ ਕਿਸੇ ਧਰਮ ਦੀ ਗੱਲ ਕਰਦਾ, ਉਹ ਤੇ ਆਪ ਗੈਂਗਸਟਰ ਰਿਹਾ ਜੀ। ਤੇ ਗੈਂਗਸਟਰ ਨੂੰ ਗੈਂਗਸਟਰ ਦਾ ਖਤਰਾ ਹੁੰਦਾ ਜੀ। ਮੈਂ ਤਾਂ ਵਿਭਾਗ ਕਹੂੰਗਾ ਲੱਖਾ ਦਾ ਹਾਂਜੀ, ਲੱਖਾ ਕਿਲੇ ਨੂੰ। ਅੱਛਾ, ਉਹ ਰੋਜ਼ ਕਹਿੰਦਾ ਪੰਜਾਬੀ ਬੋਲੀ ਮਾਂ ਸੇਵਾ ਕਰਦਾ ਮੈਂ। ਆਪ ਬੱਚੇ ਦੇ ਗਵਰਨਮੈਂਟ ਸਕੂਲ ਚ ਪੜ੍ਹਦੇ ਤੇ ਪਰ ਉਹ ਜਿਹੜੇ ਆਮ ਸਿੱਖ ਨੇ ਜਾਂ ਤੁਸੀਂ ਸਮਝੋ ਤੁਹਾਡੀ ਜਥੇਬੰਦੀ ਹੈ, ਉਹ ਯੂਨੀਫਾਰਮ ਸਿਵਲ ਕੋਡ ਦੇ ਹੱਕ ਦੇ ਵਿੱਚ। ਅਸੀਂ ਹੱਕ ਚ, ਬਾਕੀ ਤਾਂ ਸਾਨੂੰ ਪਤਾ ਨਹੀਂ ਪਤਾ ਤਾਂ ਮੈਂ ਠੀਕ ਹੈ ਨਾ। ਉਹ ਕਿਸੇ ਕਾਰਨ ਕਰਕੇ ਰਹਿ ਗਿਆ, ਕਿਉਂਕਿ ਤੁਹਾਨੂੰ ਪਤਾ ਗਵਰਨਮੈਂਟ ਉੱਪਰ ਕਿਹਨਾਂ ਦੀ ਸੀ ਜੀ? ਕਾਂਗਰਸ ਦੀ ਸੀ। ਕਾਂਗਰਸ ਦਾ ਪਿਛੋਕੜ ਕਿੱਥੋਂ ਜੁੜਦਾ ਤੁਹਾਨੂੰ ਇਸ ਗੱਲ ਦਾ ਪਤਾ ਜੀ। ਬਾਕੀ ਤੁਸੀਂ ਜਿਹੜੀ ਸਵਾਲ ਕੀਤਾ ਵੀ ਸਿੱਖਾਂ ਦਾ ਇਹਦੇ ਵਿੱਚ ਕੀ, ਸਿੱਖ ਤੇ ਪਹਿਲਾਂ ਹੀ ਯੂਨੀਫਾਰਮ ਸਿਵਲ ਕੋਡ ਦੇ ਨਾਲ ਚੱਲਦੇ ਆ। ਤੇ ਜੇ ਹੁਣ ਇਦਾਂ ਹੋ ਰਹੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਤਕਲੀਫ ਕੀ ਆ, ਦੁੱਖ ਕੀ ਆ? ਔਰ ਸਾਡੇ ਸੰਵਿਧਾਨ ਦੇ ਨਿਰਮਾਤਾ ਭੀਮ ਅੰਬੇਦਕਰ ਜੀ ਨੇ ਵੀ ਜਦੋਂ ਭਾਰਤ ਆਜ਼ਾਦ ਹੋਇਆ, ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਆ, ਇਹ ਆਜ਼ਾਦੀ ਤੋਂ 5-10 ਸਾਲਾਂ ਦੇ ਵਿੱਚ ਜਿਹੜਾ ਲਾਗੂ ਹੋ ਜਾਣਾ ਚਾਹੀਦਾ ਸੀ। ਤੇਰੀ ਪੱਗ ਬੰਨ੍ਹਦੇ ਹੀ ਆ, ਕਿਸੇ ਨੇ ਪੱਗ ਲਾਉਣ ਤੇ ਪਾਬੰਦੀ ਲਾਈ ਬਿਲਕੁਲ ਨਹੀਂ। ਇਹ ਬਿਲਕੁਲ ਬੇਬੁਨਿਆਦ ਗੱਲਾਂ। ਇਹਦਾ ਮੁਸਲਮਾਨ ਵਿਰੋਧ ਇਸ ਕਰਕੇ ਕਰਦੇ, ਮੈਂ ਹੁਣ ਤੁਹਾਨੂੰ ਦੱਸ ਹੀ ਦਿੰਦਾ ਜੀ। ਬਿਲਕੁਲ ਸਭ ਤੋਂ ਜ਼ਿਆਦਾ ਸਾੜਾ ਹੈ ਮੁਸਲਮਾਨਾਂ ਨੂੰ। ਹੁਣ ਸਾਡੇ ਸਿੱਖਾਂ ਦੇ ਵਿੱਚ ਕੀ ਹੁੰਦਾ ਵੀ ਮੈਰਿਜ ਆਪਾਂ ਕਰਾਉਂਦੇ ਆ, ਆਨੰਦ ਮੈਰਿਜ ਚੰਡੀਗੜ੍ਹ ਚ ਲੱਗੂ ਜੀ। ਬਿਲਕੁਲ ਸੈਂਟਰ ਸਰਕਾਰ ਨੇ ਗੱਲ ਕਿਹਾ ਕਿ ਤੁਸੀਂ ਪੰਜਾਬ ਵਿੱਚ ਜਦੋਂ ਮਰਜ਼ੀ ਲਾਗੂ ਕਰਾ ਦਿਓ। ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨਹੀਂ ਕਰਵਾਉਂਦੇ, ਉਹ ਉਹਨਾਂ ਦੀ ਵੱਖਰੀ ਗੱਲ ਜੀ। ਤਾਂ ਬਾਬਾ ਜੀ, ਤੁਹਾਡੀ ਗੱਲਾਂ ਤੋਂ ਮੈਨੂੰ ਇੱਕ ਗੱਲ ਤਾਂ ਪ੍ਰਤੀਤ ਹੁੰਦੀ ਹੈ ਕਿ ਤੁਸੀਂ ਕੇਂਦਰ ਦੇ ਤੇ ਪੀਐਮ ਮੋਦੀ ਸਾਹਿਬ ਦੇ ਬੜੇ ਕੱਟੜ ਫੈਨ ਲੱਗਦੇ ਹੋ। ਅੱਗੇ ਵੀ ਤੁਹਾਡੇ ਅਸੀਂ ਇੰਟਰਵਿਊ ਦੇਖੇ ਆ ਤੇ ਕੀਤੇ ਵੀ ਨੇ। ਤੁਸੀਂ ਮੋਦੀ ਸਾਹਿਬ ਦੇ ਹਮੇਸ਼ਾ ਸਪੋਰਟਰ ਰਹੇ ਹੋ, ਕੀ ਗੱਲ ਹੈ? ਇਹਨਾਂ ਦੇ ਐਮਐਲਏ ਜਿਹੜੇ ਉਹ ਸਾਰੇ ਆਪਣੇ ਪੇਚ ਫਸੇ ਆ, ਫੋਟੋਆਂ ਖਿਚਾਉਣਦੇ ਹੋਏ ਆ, ਕੋ ਕਿਤੇ ਨੂੰ ਜੀ। ਠੀਕ ਹੈ ਨਾ ਜੀ, ਉਹਨਾਂ ਨੂੰ ਆਪਣੇ ਕਾਨੂੰਨ, ਆਪਣੇ ਅਧਿਕਾਰ ਹੀ ਨਹੀਂ ਪਤਾ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਘਲਾ। ਲੰਮੇ ਵਕਫੇ ਬਾਅਦ ਤੁਹਾਡੇ ਨਾਲ ਰੂਬਰੂ ਹੋਏ ਆ ਤੇ ਅੱਜ ਗੱਲ ਕਰਾਂਗੇ ਯੂਨੀਫਾਰਮ ਸਿਵਲ ਕੋਡ ਬਾਰੇ। ਜੀ ਹਾਂ, ਇੱਕ ਦੇਸ਼ ਇੱਕ ਕਾਨੂੰਨ ਤੇ ਵੱਖ-ਵੱਖ ਲੋਕਾਂ ਦੀਆਂ, ਵੱਖ-ਵੱਖ ਧਾਰਮਿਕ ਲੋਕਾਂ ਦੀਆਂ ਜਿਹੜੀਆਂ ਵੱਖ-ਵੱਖ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀਆਂ ਨੇ। ਇਸੀ ਬਾਬਤ ਚਰਚਾ ਕਰਨ ਲਈ ਅੱਜ ਸਾਡੇ ਨਾਲ ਤਰਨਾ ਦਲ ਦੇ ਮੁਖੀ ਜਿਹੜੇ ਨੇ ਬਾਬਾ ਨਿਹੰਗ ਬਾਬਾ ਕੁਲਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਸਭ ਤੋਂ ਪਹਿਲਾਂ ਬਾਬਾ ਜੀ, ਸਕਾਈ ਨਿਊਜ਼ ਤੇ ਤੁਹਾਡਾ ਸਵਾਗਤ। ਸਿੰਘਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਕਾਈ ਨਿਊਜ਼ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ। ਸਭ ਤੋਂ ਪਹਿਲਾਂ ਬਾਬਾ ਜੀ, ਤੁਹਾਡੀ ਰਿਐਕਸ਼ਨ ਜਾਨਣਾ ਚਾਹਾਂਗੇ ਕਿ ਤੁਸੀਂ ਯੂਨੀਫਾਰਮ ਸਿਵਲ ਕੋਡ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਸਾਰੇ ਲੋਕਾਂ ਵੱਲੋਂ ਵੱਖ-ਵੱਖ ਜਿਹੜੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਦੇਖੋ, ਜਿਹੜਾ ਯੂਨੀਫਾਰਮ ਸਿਵਲ ਕੋਡ ਆ ਜਿਹੜਾ ਕਿ ਹੁਣ ਚੱਲ ਰਿਹਾ, ਉਹ ਬਿਲਕੁਲ ਸਹੀ ਹੈ, ਉਹ ਲਾਗੂ ਹੋਣਾ ਚਾਹੀਦਾ। ਤੇ ਅਸੀਂ ਇਸ ਗੱਲ ਦਾ, ਸਾਡੀ ਜਥੇਬੰਦੀ ਇਸ ਗੱਲ ਦਾ ਸਮਰਥਨ ਕਰਦੀ ਹੈ ਜੀ। ਉਹਦੇ ਵਿੱਚ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੇ ਵਿਰੋਧ ਕਰਦੇ ਉਹਨਾਂ ਨੂੰ ਅਸਲ ਵਿੱਚ ਪਤਾ ਹੀ ਨਹੀਂ ਵੀ ਉਹ ਹੈ ਕੀ ਹੈ ਜੀ। ਠੀਕ ਹੈ ਜੀ। ਉਹਦਾ ਜ਼ਿਆਦਾਤਰ ਜਿਹੜਾ ਫਾਇਦਾ ਆ ਉਹ ਬੱਚੀਆਂ, ਮੁਸਲਮਾਨ ਬੱਚੀਆਂ ਨੂੰ ਹੋਊਗਾ ਜੀ।
ਤੇ ਉਹਦਾ ਜਿਹੜਾ ਨੁਕਸਾਨ ਆ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ। ਤੇ ਜੇ ਹਾਲੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਖਰੜਾ ਤਿਆਰ ਹੋਣਾ ਜੀ, ਵੀ ਸਾਨੂੰ ਕੋਈ ਇਹਦੇ ਵਿੱਚ ਕੋਈ ਵਾਧ ਘਟ ਕਰਨੀ ਹੈ ਤੇ ਸਾਨੂੰ ਉਹ ਦੱਸੋ ਜੀ, ਠੀਕ ਆ ਨਾ। ਉਹ ਉਸ ਗੱਲ ਤੇ ਜਿਹੜੇ ਵਿਰੋਧ ਕਰਦੇ ਆ ਉਹ ਆਉਂਦੇ ਹੀ ਨਹੀਂ ਜੀ, ਠੀਕ ਆ ਨਾ। ਉਹ ਪਹਿਲਾਂ ਹੀ ਵਿਰੋਧ ਕਰਨ ਦੇ ਆ। ਮੈਂ ਕਹਿੰਦਾ ਮੈਂ ਤੇ ਉਹਨਾਂ ਨੂੰ ਬੇਵਕੂਫ ਸਮਝੂਗਾ ਵੀ ਜਿਹੜੇ ਉਹਦਾ ਵਿਰੋਧ ਕਰਦੇ। ਜੀ, ਤੁਸੀਂ ਕਿਵੇਂ ਦੇਖਦੇ ਹੋ ਯੂਨੀਫਾਰਮ ਸਿਵਲ ਕੋਡ? ਜੇਕਰ ਤੁਹਾਡੀ ਗੱਲ ਕਰੀਏ ਬਾਬਾ ਕੁਲਜੀਤ ਸਿੰਘ ਲਈ, ਨਿਹੰਗ ਸਿੰਘਾਂ ਲਈ ਜਾਂ ਸਿੱਖ ਧਰਮ ਲਈ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮਾੜਾ? ਦੇਖੋ ਜੀ, ਜੇ ਸੋਚਿਆ ਜਾਵੇ ਤੇ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਉਹ ਤੇ ਪਹਿਲਾਂ ਹੀ ਕਹਿ ਗਏ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਜੀ, ਠੀਕ ਆ ਜੀ। ਉਹਨਾਂ ਨੇ ਤਾਂ ਜਾਤਾਂ ਪਾਤਾਂ ਪਹਿਲਾਂ ਹੀ ਖਤਮ ਕਰ ਦਿੱਤੀਆਂ ਸੀਗੀਆਂ ਜੀ, ਤੇ ਅੱਜ ਤੋਂ 550 ਸਾਲ ਪਹਿਲਾਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਸਾਰੇ ਇੱਕ ਤਰ੍ਹਾਂ ਦੀ ਸਮਾਨਤਾ ਸੀ। ਹੁਣ ਇੱਕ ਪਾਸੇ ਤੇ ਆਪਾਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਲੈ ਰਹੇ ਹਾਂ, ਦੂਜੇ ਪਾਸੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਨ ਦੇ ਰਹੇ ਹਾਂ। ਇਹ ਦੋਨੇ ਚੀਜ਼ਾਂ ਉਦੋਂ ਸੀਗੀਆਂ, ਉਦੋਂ ਸਾਰਿਆਂ ਨੂੰ ਬਰਾਬਰ ਦਾ ਹੱਕ, ਸਾਰਿਆਂ ਨੂੰ ਬਰਾਬਰ ਦਾ ਦਰਜਾ ਮਿਲਦਾ ਸੀ ਜੀ। ਤੇ ਜੇ ਹੁਣ ਇਹ ਇਦਾਂ ਹੋ ਰਹੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਤਕਲੀਫ ਕੀ ਆ, ਦੁੱਖ ਕੀ ਆ? ਜੀ। ਔਰ ਸਾਡੇ ਸੰਵਿਧਾਨ ਦੇ ਨਿਰਮਾਤਾ ਭੀਮ ਰਾਓ ਅੰਬੇਦਕਰ ਜੀ ਨੇ ਵੀ ਜਦੋਂ ਭਾਰਤ ਆਜ਼ਾਦ ਹੋਇਆ ਉਹਨਾਂ ਨੇ ਕਹਿਤਾ ਸੀ ਵੀ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਆ ਇਹ ਆਜ਼ਾਦੀ ਤੋਂ 5-10 ਸਾਲਾਂ ਦੇ ਵਿੱਚ ਜਿਹੜਾ ਲਾਗੂ ਹੋ ਜਾਣਾ ਚਾਹੀਦਾ ਸੀ, ਠੀਕ ਆ ਨਾ। ਉਹ ਕਿਸੇ ਕਾਰਨ ਕਰਕੇ ਰਹਿ ਗਿਆ, ਕਿਉਂਕਿ ਤੁਹਾਨੂੰ ਪਤਾ ਗਵਰਨਮੈਂਟ ਉੱਪਰ ਕਿਹਨਾਂ ਦੀ ਸੀ ਜੀ, ਕਾਂਗਰਸ ਦੀ ਸੀ। ਕਾਂਗਰਸ ਦਾ ਪਿਛੋਕੜ ਕਿੱਥੋਂ ਜੁੜਦਾ ਤੁਹਾਨੂੰ ਇਸ ਗੱਲ ਦਾ ਪਤਾ ਜੀ। ਤੇ ਚਲੋ ਜੇ ਹੁਣ ਇਹ ਕਰਦੇ ਆ ਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ। ਬਾਕੀ ਤੁਸੀਂ ਜਿਹੜੀ ਸਵਾਲ ਕੀਤਾ ਵੀ ਸਿੱਖਾਂ ਦਾ ਇਹਦੇ ਵਿੱਚ ਕੀ, ਸਿੱਖ ਤੇ ਪਹਿਲਾਂ ਹੀ ਯੂਨੀਫਾਰਮ ਸਿਵਲ ਕੋਡ ਦੇ ਨਾਲ ਚੱਲਦੇ ਆ ਵੀ ਆਪਣੇ ਜਿਹੜੀ ਵਿਆਹ ਦੀ ਏਜ ਆ ਲੜਕੀ ਦੀ 18 ਸਾਲ ਦੀ ਕੀ ਆ, ਠੀਕ ਆ। ਆਪਾਂ ਤੇ ਜਿਹੜਾ ਵੀ ਕੋਈ ਕੰਮ ਕਰਦੇ ਹਾਂ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕਰਦੇ ਹਾਂ। ਧਾਰਾ 25 ਦੇ ਵਿੱਚ ਸ਼ਸਤਰ ਰੱਖਣ ਦੀ ਆਜ਼ਾਦੀ ਆ, ਸ਼ਹੀਦਾਂ ਦੀਆਂ ਫੋਟੋਆਂ ਲਾ ਸਕਦੇ ਆ, ਉਹ ਤੇ ਪਹਿਲਾਂ ਹੀ ਆ। ਇਹਦੇ ਵਿੱਚ ਕੁਝ ਚੇਂਜ ਤੇ ਹੈ ਨਹੀਂਗਾ ਜੀ। ਫਿਰ ਜਿਹੜੀ ਸਿੱਖ ਜਥੇਬੰਦੀਆਂ ਕੁਝ ਵਿਰੋਧ ਕਰ ਰਹੀਆਂ ਨੇ ਯੂਨੀਫਾਰਮ ਸਿਵਲ ਕੋਡ ਦਾ, ਉਹ ਕਿਉਂ ਕਰਦੀਆਂ ਨੇ? ਉਹ ਉਹਨਾਂ ਨੂੰ ਪਤਾ ਹੀ ਨਹੀਂ ਹਾਲੇ। ਉਹ ਬੇਵਕੂਫਾ, ਮੈਂ ਤੇ ਕਹੂੰਗਾ ਬੇਵਕੂਫਾ ਜਿਹੜੇ ਵਿਰੋਧ ਕਰਦੇ ਆ ਜੀ। ਹੁਣ ਇਹਦੇ ਵਿੱਚ ਇਹ ਆ ਵੀ ਜੇ ਹੁਣ ਘਰ ਦੇ ਵਿੱਚ 5 ਜਣੇ ਆ ਜੀ, ਪੰਜਾਂ ਦੇ ਹੱਕ ਬਰਾਬਰ ਹੋਣੇ ਚਾਹੀਦੇ ਆ ਜੀ। ਬਿਲਕੁਲ ਠੀਕ ਹੈ ਨਾ। ਘਰ ਦੇ ਵਿੱਚ ਪੰਜਾਂ ਦੇ ਹੱਕ ਬਰਾਬਰ ਹੋਣੇ ਚਾਹੀਦੇ ਆ ਵੀ ਜੇ ਉਹਨਾਂ ਨੂੰ ਜਾਇਦਾਦ ਦਾ ਬਟਵਾਰਾ ਹੋਣਾ ਚਾਹੀਦਾ ਤੇ ਵੀ ਪੰਜਾਂ 'ਚ ਬਰਾਬਰ ਹੋਵੇ। ਇਹ ਥੋੜਾ ਵੀ ਇੱਕ ਜਣੇ ਨੂੰ ਆਪਾਂ ਸਭ ਕੁਝ ਦੇ ਦਈਏ, ਦੂਜੇ ਨੂੰ ਖਾਲੀ ਰੱਖ ਦਈਏ। ਉਹ ਇਹੀ ਆ ਵੀ ਇਹਦੇ ਵਿੱਚ ਸਾਰੇ ਸਭ ਤੋਂ ਪਹਿਲਾਂ ਤੇ ਜਿਹੜੇ ਸਿੱਖ ਵਿਰੋਧ ਕਰਦੇ ਉਹ ਮੈਂ ਦੱਸਦਾ ਕਿਉਂ ਕਰਦੇ ਆ ਜੀ। ਉੱਥੇ 2-2 ਬਾਟੇ ਜਿਹੜੇ ਉਹ ਬੰਦ ਹੋ ਜਾਣੇ ਆ, ਜਿਹੜੇ ਅਮਰ ਛਕਾਉਣ ਵੇਲੇ ਕਰਦੇ ਆ। 2-2 ਪੰਗਤਾਂ ਜਿਹੜੀਆਂ ਉਹ ਵੱਖ ਬੰਦ ਹੋ ਜਾਣੀਆਂ। ਜਿਹੜੇ ਉਹ ਸ਼ਮਸ਼ਾਨ ਘਾਟ ਅਲੱਗ-ਅਲੱਗ ਕਰਦੇ ਆ ਉਹ ਬੰਦ ਹੋ ਜਾਣੇ ਆ, ਠੀਕ ਆ। ਜਾਤ ਪਾਤ ਦਾ ਭੇਦ ਸਾਰਾ ਮਿਟ ਜਾਣਾ। ਕਈਆਂ ਨੂੰ ਇਸ ਗੱਲ ਤੋਂ ਤਕਲੀਫ ਆ, ਚਾਹੇ ਉਹ ਜਿਹੜੇ ਮਰਜ਼ੀ ਹੋਣ, ਮੈਂ ਤੇ ਸ਼ਰੇਆਮ ਕਹੂੰਗਾ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਆ ਤਾਂ ਉਹ ਇਹਦਾ ਵਿਰੋਧ ਕਰਦੇ ਆ। ਤੇ ਪਰ ਉਹ ਜਿਹੜੇ ਆਮ ਸਿੱਖ ਨੇ ਜਾਂ ਤੁਸੀਂ ਸਮਝੋ ਤੁਹਾਡੀ ਜਥੇਬੰਦੀ ਹੈ, ਉਹ ਯੂਨੀਫਾਰਮ ਸਿਵਲ ਕੋਡ ਦੇ ਹੱਕ ਦੇ ਵਿੱਚ? ਅਸੀਂ ਹੱਕ 'ਚ, ਬਾਕੀਆਂ ਦਾ ਸਾਨੂੰ ਪਤਾ ਜਾਂ ਨਹੀਂ ਪਤਾ, ਪਰ ਮੈਂ ਹੱਕ 'ਚ। ਵੈਸੇ ਇਸ 'ਚ ਗਲਤ ਕੀ ਹੈ? ਜੇਕਰ ਚਲੋ ਇੱਕ ਲੇਮੈਨ ਬਣ ਰਿਹਾ ਮੈਂ ਆਮ ਆਦਮੀ ਆ, ਜੇ ਮੈਂ ਚਾਹੁੰਦਾ ਕਿ ਇੱਕ ਦੇਸ਼ ਹੈ ਇੰਡੀਆ, ਉਹਦੇ ਵਿੱਚ ਪੰਜਾਬ ਹਰਿਆਣਾ ਨੇਬਰਿੰਗ ਸਟੇਟਸ ਨੇ, ਉਹਨਾਂ ਦੇ ਵਿੱਚ ਦੋਹਾਂ ਦੇ ਵਿੱਚ ਕਾਨੂੰਨ ਦਾ ਫਰਕ ਹੈ। ਪੰਜਾਬ ਦੇ ਵਿੱਚ ਵੱਖਰਾ ਕਾਨੂੰਨ ਹੈ, ਹਰਿਆਣਾ ਦੇ ਵਿੱਚ ਵੱਖਰਾ ਕਾਨੂੰਨ ਹੈ। ਤਾਂ ਜੇ ਪੂਰੇ ਦੇਸ਼ ਦੇ ਵਿੱਚ ਇੱਕੋ ਕਾਨੂੰਨ ਹੋਏਗਾ, ਲੋਕਾਂ ਨੂੰ ਸਮਝ ਵੀ ਵੱਧ ਹੋਏਗੀ, ਤਾਂ ਉਹਦਾ ਨੁਕਸਾਨ ਤਾਂ ਮੈਨੂੰ ਨਹੀਂ ਲੱਗਦਾ ਕੋਈ ਆਮ ਆਦਮੀ ਨੂੰ ਹੋਣਾ ਚਾਹੀਦਾ। ਦੇਖੋ ਆਮ ਆਦਮੀ ਨੂੰ ਇਹਦਾ ਫਾਇਦਾ ਹੀ ਆ ਜੀ, ਠੀਕ ਆ ਨਾ। ਹੁਣ ਜੇ ਆਪਾਂ ਕਹੀਏ ਵੀ ਸਿੱਖ ਯੂਨੀਫਾਰਮ ਸਿਵਲ ਕੋਡ, ਸਿੱਖ ਇੱਥੋਂ ਬਾਹਰ ਗਏ ਆ, ਕੈਨੇਡਾ, ਅਮਰੀਕਾ, ਫਰਾਂਸ, ਯੂਕੇ, ਜਿੰਨੇ ਵੀ ਦੇਸ਼ ਗਏ ਆ ਜੀ, ਉਹਨਾਂ ਦੇ ਵਿੱਚ ਸਾਰੇ ਯੂਨੀਫਾਰਮ ਸਿਵਲ ਕੋਡ ਜੀ। ਉੱਥੇ ਸਿੱਖ ਆਪਣੀ ਵੱਖਰੀ ਪਛਾਣ ਬਣਾਉਣ ਦੇ ਵਿੱਚ ਕਾਬਜ ਆ ਜੀ। ਉੱਥੇ ਵੀ ਉਹ ਪੱਗ ਬੰਨ੍ਹਦੇ ਹੀ ਆ, ਕਿਸੇ ਨੇ ਪੱਗ ਲਾਉਣ ਤੇ ਪਾਬੰਦੀ ਲਾਈ ਬਿਲਕੁਲ ਨਹੀਂ। ਇਹ ਬਿਲਕੁਲ ਬੇਬੁਨਿਆਦ ਗੱਲਾਂ। ਇਹਦਾ ਮੁਸਲਮਾਨ ਵਿਰੋਧ ਇਸ ਕਰਕੇ ਕਰਦੇ, ਮੈਂ ਹੁਣ ਤੁਹਾਨੂੰ ਦੱਸ ਹੀ ਦਿੰਦਾ ਜੀ। ਬਿਲਕੁਲ ਸਭ ਤੋਂ ਜ਼ਿਆਦਾ ਸਾੜਾ ਇਹ ਮੁਸਲਮਾਨਾਂ ਨੂੰ। ਹੁਣ ਸਾਡੇ ਸਿੱਖਾਂ ਦੇ ਵਿੱਚ ਕੀ ਹੁੰਦਾ ਵੀ ਮੈਰਿਜ ਆਪਾਂ ਕਰਾਉਂਦੇ ਆ, ਆਨੰਦ ਮੈਰਿਜ ਐਕਟ ਦਿੱਤੀ, ਉਹ ਚੰਡੀਗੜ੍ਹ 'ਚ ਲਾਗੂ ਆ ਜੀ। ਬਿਲਕੁਲ ਸੈਂਟਰ ਸਰਕਾਰ ਨੇ ਇਹ ਗੱਲ ਕਿਹਾ ਵੀ ਤੁਸੀਂ ਪੰਜਾਬ ਵਿੱਚ ਜਦੋਂ ਮਰਜ਼ੀ ਲਾਗੂ ਕਰਾ ਲਓ। ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨਹੀਂ ਕਰਵਾਉਣ ਡਿਆ, ਉਹ ਉਹਨਾਂ ਦੀ ਵੱਖਰੀ ਗੱਲ ਜੀ। ਆਪਾਂ ਏਜ ਲੈਨੇ 18 ਸਾਲ ਲੜਕੀ ਦੀ, 21 ਸਾਲ ਲੜਕੇ ਦੀ ਜੀ। ਹਿੰਦੁਸਤਾਨ ਟਾਈਮ ਨਿਊਜ਼ ਦੀ ਇੱਕ ਮੈਂ ਕੱਲ ਹੀ ਵੇਖਦਾ ਪਿਆ ਸੀ, ਉਹਨਾਂ ਦਾ ਇੱਕ ਸਰਵਾ ਕੇਰਲ ਦੇ ਵਿੱਚ ਬਾਹਰੋਂ ਸ਼ੇਖ ਆਉਂਦੇ ਆ ਜੀ, ਬਾਹਰੋਂ ਸ਼ੇਖ ਆਉਂਦੇ ਆ, ਉਹ ਉੱਥੇ ਕੁੜੀ ਨਾਲ ਵਿਆਹ ਕਰਾਉਂਦੇ ਆ ਜੀ। ਵਿਆਹ ਕਰਾ ਕੇ ਪੈਸੇ ਦਿੰਦੇ ਆ ਜੀ ਉਹਨਾਂ ਦੇ ਕੁੜੀ ਦੇ ਮਾਪਿਆਂ ਨੂੰ, ਪੈਸੇ ਦੇ ਕੇ ਉਹਨਾਂ ਨੂੰ ਬਾਹਰ ਲੈ ਜਾਂਦੇ ਆ। ਜੇ ਉਹਨਾਂ ਨੇ ਨਹੀਂ ਵੀ ਰੱਖਣੀ ਤੇ ਉਹ ਗਾਂ ਅੱਗੇ ਦੀ ਅੱਗੇ ਉਹਨਾਂ ਨੂੰ ਵੇਚ ਦਿੰਦੇ ਆ। ਇੱਕ ਨਾ ਵਿਆਹ, 2 ਨਾ ਜਾਂ 3 ਨਾ ਜਾਂ 4 ਨਾ ਜੀ। ਇਹ ਮੈਂ ਤੁਹਾਨੂੰ ਦਊਂਗਾ ਵੀ ਉਹ ਚਲਾ ਵੀ ਦਿਓ ਤੁਸੀਂ ਨਾਲ। ਉਹਦੇ ਵਿੱਚ ਕੁੜੀ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਹਿੰਦੀ ਆ, ਮੰਮੀ ਵਧਾਈ ਹੋਵੇ, ਤੁਹਾਡਾ 14ਵਾਂ ਜਵਾਈ ਆ। ਉਹ ਇਹ ਕੰਮ ਰੁਕਣਾ, ਮੈਰਿਜ ਚਾਹੇ ਮੈਂ ਕਰਵਾਈ ਆ ਚਾਹੇ ਉਹ ਰਜਿਸਟਰਡ ਹੋਊਗੀ ਜੀ।
ਖਾਸ ਕਰਕੇ ਜਿਹੜੀਆਂ ਮੁਸਲਮਾਨ ਬੱਚੀਆਂ ਉਹਨਾਂ ਨੂੰ ਬਰਾਬਰ ਦਾ ਜਾਇਦਾਦ ਦੇ ਵਿੱਚ ਬਰਾਬਰ ਦਾ ਹੱਕ ਮਿਲੂਗਾ ਜੀ। ਇਹ ਥੋੜਾ 54 ਸਾਲ ਦਾ ਬੁੱਢਾ 14 ਸਾਲਾਂ ਦੀ ਕੁੜੀ ਲੈ ਜਾਊਗਾ ਜੀ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਇਸ ਕਰਕੇ ਕਰਦੇ ਆ ਵੀ ਜਿਹੜਾ ਇਹ ਸ਼ਰੀਆ ਕਾਨੂੰਨ ਜਿਹੜੇ ਮੁਸਲਮਾਨ ਮੰਨਦੇ ਉਹ ਸ਼ਰੀਆ ਕਾਨੂੰਨ ਮੰਨਦੇ ਜੀ ਬਿਲਕੁਲ ਠੀਕ ਆ। ਸ਼ਰੀਆ ਕਾਨੂੰਨ ਮੰਨਦੇ, ਸ਼ਰੀਆ ਕਾਨੂੰਨ ਦੇ ਵਿੱਚ ਕੀ ਆ ਭਈ ਉਹਦੇ ਹਿਸਾਬ ਨਾਲ ਚੱਲਦੇ, ਉਹ ਕਹਿੰਦੇ ਅਸੀਂ ਇੰਡੀਅਨ ਸਟੇਟ ਨੂੰ ਨਹੀਂ ਮੰਨਦੇ, ਪਰ ਉਹ ਸੱਚੇ ਮੁਸਲਮਾਨ ਵੀ ਹੈ ਨਹੀਂਗੇ। ਜੇ ਸੱਚੇ ਮੁਸਲਮਾਨ ਹੋਣ ਤੇ ਜਿੱਥੇ ਤੱਕ ਮੈਂ ਇਹ ਧਰਮ ਬਾਰੇ ਪੜ੍ਹਿਆ ਜੀ ਭਈ ਉਹਨਾਂ ਨੇ ਜਿੱਥੇ ਕੋਈ ਮਸਜਿਦ ਬਣਾਉਣੀ ਉਹ ਪਵਿੱਤਰ ਤੇ ਪਾਕ ਜਗ੍ਹਾ ਹੁੰਦੀ ਆ, ਇਹਦੇ ਮੰਦਿਰ ਢਾਹ ਕੇ ਮਸਜਿਦਾਂ ਬਣਾਈ ਜਾਂਦੇ ਆ। ਤੁਸੀਂ ਸੱਚੇ ਮੁਸਲਮਾਨ ਦੀ ਕੀ ਡੈਫੀਨੇਸ਼ਨ ਹੈ ਤੁਹਾਡੀ ਨਜ਼ਰ ਦੇ ਵਿੱਚ, ਬਾਬਾ ਕੁਲਜੀਤ ਸਿੰਘ ਦੀ ਨਜ਼ਰ ਦੇ ਵਿੱਚ ਸੱਚਾ ਮੁਸਲਮਾਨ ਤੇ ਨਕਲੀ ਮੁਸਲਮਾਨ ਦੀ ਕੀ ਡੈਫੀਨੇਸ਼ਨ? ਸੱਚੇ ਮੁਸਲਮਾਨ ਉਹ ਆ ਜਿਹੜੇ ਗੁਰੂ ਸਾਹਿਬ ਦੇ ਨਾਲ ਵੀ ਚੱਲਦੇ ਰਹੇ ਆ। ਹੁਣ ਜਿਹੜੇ ਭੇਖੀ ਮੁਸਲਮਾਨ ਮੈਂ ਤੁਹਾਨੂੰ ਦੱਸਦਾ ਨਾ, ਜਿਹੜੇ ਸੱਚਾ ਮੁਸਲਮਾਨ ਆ ਉਹ ਜਿੱਦੇ ਵੀ ਮਸਜਿਦ ਮਗਾਰ ਬਣਾਉਂਦੇ ਆ ਨਾ, ਜੋ ਵੀ ਮਜ਼ਾਰ ਆਪਣੀ ਬਣਾਉਣੀ ਆ, ਉਹ ਪਵਿੱਤਰ ਤੇ ਪਾਕ ਜਗ੍ਹਾ ਹੁੰਦੀ, ਉੱਥੇ ਕੁਝ ਨਹੀਂ ਬਣਿਆ ਹੁੰਦਾ। ਜਿਹੜੇ ਭੇਖੀ ਮੁਸਲਮਾਨ ਆ ਉਹਦੇ ਮੰਦਿਰ ਢਾਹ ਕੇ ਮਸਜਿਦ ਬਣਾਉਂਦਾ, ਦੱਸੋ ਇਹ ਸੱਚੇ ਮੁਸਲਮਾਨ ਦਾ ਕੰਮ ਆ? ਜੀ ਬਿਲਕੁਲ। ਫਿਰ ਨੰਬਰ 1, ਨੰਬਰ 2 ਉਹਦੇ ਵਿੱਚ ਇਹ ਆ ਵੀ ਜਿਹੜਾ ਕਾਫਰ ਆ ਉਹ ਦੂਜੇ ਗੈਰ ਮੁਸਲਮ ਦੇਸ਼ ਦੇ ਵਿੱਚ ਨਹੀਂ ਰਹਿ ਸਕਦਾ ਜੀ, ਠੀਕ ਹੈ ਨਾ। ਜੇ ਇੰਨੀ ਉਹਨੂੰ ਤਕਲੀਫ ਆ, ਇਹ ਸੱਚੇ ਮੁਸਲਮਾਨ ਤੇ ਛੱਡ ਦੇਣ ਇੰਡੀਆ, ਪਾਕਿਸਤਾਨ ਇਹਨਾਂ ਨੇ ਲਿਆ ਹੀ ਹੋਇਆ ਆ, ਹੋਰ 57 ਅਰਬ ਕੰਟਰੀਆਂ ਉੱਥੇ ਕਿਉਂ ਨਹੀਂ ਜਾਂਦੇ ਜੀ? ਜਿਹੜੇ ਸੱਚੇ ਮੁਸਲਮਾਨ ਆ ਉਹ ਤੇ ਮੁਸਲਮਾਨ ਆਪਣੇ ਜਿਹੜਾ ਦੇਸ਼ ਆ ਜਿਹੜਾ ਧਰਮਾਂ ਨਾਲ ਵੱਖ ਆ ਉਹਦੇ ਵਿੱਚ ਰਹਿਣਗੇ। ਇਹ ਤੇ ਸਾਰਾ ਆਪਣੀਆਂ ਅਯਾਸ਼ੀਆਂ ਕਰਕੇ ਕਰ ਰਹੇ ਆ ਜੀ, ਠੀਕ ਆ ਨਹੀਂ। ਇਹਦੇ ਵਿੱਚ ਹਲਾਲਾ ਬੰਦ ਹੋਣਾ ਪਹਿਲੀ ਗੱਲ ਜੀ ਬਿਲਕੁਲ। ਹਲਾਲਾ ਹੁਣ ਹਲਾਲਾ ਤੁਹਾਨੂੰ ਮੈਂ ਦੱਸ ਹੀ ਦੇਣਾ ਸੰਗਤ ਨੂੰ ਜੀ, ਵੀ ਮੰਨ ਲਓ ਕਿ ਮੈਂ ਮੁਸਲਮਾਨ ਆ, ਮੈਂ ਕਿਸੇ ਲੜਕੀ ਦੇ ਨਾਲ ਵਿਆਹ ਕਰਾ ਲਿਆ, ਆਪਣੇ ਨਾਲ ਵਿਆਹ ਹੋ ਗਿਆ, ਵਿਆਹ ਹੋਣ ਤੋਂ ਬਾਅਦ ਮੇਰੀ ਚਲੋ ਉਹਨੂੰ ਨਾਲ ਨਿਕਾਹ ਹੋਣੇ ਵਾਲਾ ਜਾਂ ਕੁਝ ਵੀ ਲੈ ਲਓ, ਮੇਰੀ ਕੁਝ ਟਾਈਮ ਉਹਦੇ ਅਣਬਣ ਹੋ ਗਈ ਜੀ, ਠੀਕ ਹੈ। ਮੈਂ ਗੁੱਸੇ 'ਚ ਤਲਾਕ 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 ਕਹਿਤਾ, ਜੋ ਮੋਦੀ ਸਾਹਿਬ ਨੇ ਬੰਦ ਕੀਤਾ ਜੀ, ਉਹਦਾ ਤਲਾਕ ਹੋ ਜਾਂਦਾ ਸੀ ਜੀ। ਉਹ ਫਿਰ ਜਦੋਂ ਗੁੱਸੇ 'ਚ ਜ਼ਾਹਰ ਜੀ ਗੱਲ ਆ ਵੀ ਦੋਨੇ ਪਾਸੇ ਗਰਮ ਹੁੰਦੇ ਆ, ਜਦੋਂ ਮਹੀਨੇ ਬਾਅਦ ਸੋਚਦੇ ਸੀ ਵੀ ਉਹ ਕਹਿੰਦੀ ਹੁਣ ਮੈਂ ਗੁਜ਼ਾਰਾ ਕਿੱਦਾਂ ਕਰੂੰਗੀ ਵੀ ਮੈਂ ਆਪਣੇ ਬੱਚੇ ਇਹ ਕੋਲ ਹੀ ਲੈ ਕੇ ਚੱਲਦੀ ਆ, ਠੀਕ ਹੈ ਨਾ ਜੀ। ਉਹਦੇ ਵਿੱਚ ਜਦੋਂ ਦੁਬਾਰਾ ਕਹਿੰਦੀ ਸੀ ਵੀ ਭਾਈ ਮੈਂ ਤੇਰੇ ਆਣ ਕੇ ਬਸਣਾ ਆ, ਉਹਦੇ ਵਿੱਚ ਹਲਾਲਾ ਕਿਹਾ ਜਾਂਦਾ ਵੀ ਉਹ ਜਿਹੜੀ ਕੁੜੀ ਹੁੰਦੀ ਸੀ ਨਾ ਉਹਨੂੰ ਪਹਿਲਾਂ ਅਦਰ ਨਾਲ ਮੈਰਿਜ ਕਰਨੀ ਪੈਂਦੀ ਸੀ, ਕਿਸੇ ਹੋਰ ਨਾਲ ਜੀ। ਇਹ ਹਲਾਲਾ ਹੀ ਦੱਸਦਾ ਤੁਹਾਨੂੰ, ਚਾਹੇ ਉਹ ਕਾਜੀ ਉਹਨੂੰ 7-8 ਦਿਨ ਰੱਖੇ ਜੀ, ਚਾਹੇ ਹੋਰ ਕੋਈ ਰੱਖੇ, ਫਿਰ ਉਧਰੋਂ ਤਲਾਕ ਲਊਗੀ 3 ਤਲਾਕ, ਤੇ ਫਿਰ ਉਹ ਵਾਪਸ, ਠੀਕ ਆ, ਉਸ ਬੰਦੇ ਦੇ ਕੋਲ ਪਤੀ ਕੋਲ ਆ ਸਕਦੀ। ਪਹਿਲੀ ਗੱਲ ਇਹ ਬੰਦ ਹੋਣੀ, ਇਸ ਗੱਲ ਤੋਂ ਇਹਨਾਂ ਨੂੰ ਸਾੜਾ ਵੀ ਸਾਡੀ ਤਾਂ ਜਿਹੜੀ ਐਸ਼ਪ੍ਰਸਤੀ ਉਹ ਬੰਦ ਹੋ ਗਈ ਬਿਲਕੁਲ, ਠੀਕ ਆ। ਦੂਜੀ ਗੱਲ ਸ਼ਰੀਆ ਕਾਨੂੰਨ ਹੈ, ਜਿਹੜਾ ਸ਼ਰੀਆ ਕਾਨੂੰਨ ਅੱਜ ਤੋਂ 14 ਸਾਲ ਪਹਿਲਾਂ ਉਹ ਰੇਗਿਸਤਾਨ 'ਚ ਬਣਿਆ ਜੀ, ਉਦੋਂ ਹਾਲਾਤ ਕੁਛ ਸੀਗੇ ਜੀ, ਅੱਜ ਕੋਸ਼ਾ। ਹੁਣ ਇਹ ਥੋੜਾ ਵੀ ਤੁਸੀਂ 1400 ਸਾਲ ਪੁਰਾਣਾ ਕਾਨੂੰਨ ਹੀ ਲੈ ਕੇ ਤੁਰੇ ਫਿਰੋਗੇ ਵੀ ਨਹੀਂ ਅਸੀਂ ਇਹ ਆ ਤੇ ਨਹੀਂ ਅਸੀਂ, ਜਾਂ ਤੇ ਜੇ ਮੰਨਣਾ ਜੇ ਸ਼ਰੀਆ ਕਾਨੂੰਨ ਤੁਸੀਂ ਮੰਨਦੇ, ਤੁਸੀਂ ਯੂਨੀਫਾਰਮ ਸਿਵਲ ਕੋਡ ਨੂੰ ਨਹੀਂ ਮੰਨਦੇ, ਫਿਰ ਜਿਹੜਾ ਦੂਜਾ ਐਕਟ ਇਹਨਾਂ ਦਾ ਵੀ ਜੇ ਕੋਈ ਚੋਰੀ ਕਰਦਾ ਸੀ ਉਹਦੀ ਅੱਖ ਕੱਢੀ ਜਾਂਦੀ ਸੀ, ਜੇ ਕੋਈ ਹੈਨਾ ਜੀ, ਫਿਰ ਉਹ ਵੀ ਮੰਨੋ, ਫਿਰ ਉਹ ਲਾਗੂ ਕਰੋ, ਫਿਰ ਉਹ ਵੀ ਲਾਗੂ ਕਰੋ ਜੀ ਬਿਲਕੁਲ। ਫਿਰ ਉਹ ਕਿਉਂ ਨਹੀਂ ਲਾਗੂ ਕਰਦੇ? ਫਿਰ ਇੰਡੀਅਨ ਸਟੇਟ ਦੇ ਅੰਡਰ ਕਿਉਂ ਆਉਂਦੇ ਆ ਵੀ ਜੇ ਅਸੀਂ ਚੋਰੀ ਕੀਤੀ ਸਾਡੇ ਤੇ ਪਰਚਾ ਦਰਜ ਜੀ ਜੀ। ਇਹ ਵਿਰੋਧ ਸਿਰਫ ਉਹ ਕਰਦੇ ਆ ਜਿਨ੍ਹਾਂ ਦੀਆਂ ਅਯਾਸ਼ੀਆਂ ਬੰਦ ਹੋਣਗੀਆਂ ਜੀ। ਸਾਡੇ ਸਿੱਖ ਧਰਮ ਦੇ ਵਿੱਚ ਜਾਂ ਹਿੰਦੂ ਧਰਮ ਦੇ ਵਿੱਚ ਤੇ ਪਹਿਲਾਂ ਮੈਰਿਜ ਹੁੰਦੀ ਆ, ਹਾਂ ਸਾਰਾ ਕੁਝ ਕਹਿ ਲਈ ਆਪਾਂ ਯੂਨੀਫਾਰਮ ਸਿਵਲ ਕੋਡ ਦੇ ਅਕੋਰਡਿੰਗ ਹੀ ਚੱਲਦਾ ਹਿੰਦੂ ਸਿੱਖ ਧਰਮ ਦੇ ਵਿੱਚ, ਅੰਦਰ ਹੀ ਚੱਲਦਾ। ਜਿਹੜੇ ਵਿਰੋਧ ਕਰਦੇ ਆ ਉਹ ਇਸੇ ਕਰਕੇ ਕਰਦੇ। ਤੁਸੀਂ ਮਤਲਬ ਕਹਿਣ ਦਾ ਭਾਵ ਹੈ ਜੇ ਸਰਕਾਰ ਇਹ ਕਾਨੂੰਨ ਲਿਆਂਦੀ ਹੈ ਤੁਸੀਂ ਸਪੋਰਟਰ ਹੋ, ਸਰਕਾਰ ਦੇ ਕੇਂਦਰ ਦੇ ਸਪੋਰਟਰ ਹੋ ਤੁਸੀਂ? ਬਿਲਕੁਲ ਬਿਲਕੁਲ ਸਪੋਰਟਰ ਹਾਂ। ਦੇਖੋ ਹੁਣ ਮੈਂ ਕਈ ਬੰਦਿਆਂ ਨੂੰ ਪੁੱਛਿਆ, ਮੈਂ ਕਿਹਾ ਜੀ ਯੂਨੀਫਾਰਮ ਸਿਵਲ ਕੋਡ ਕੀ ਆ? ਉਹ ਮੈਨੂੰ ਪਤਾ ਕਹਿੰਦੇ ਉਹ ਤੇ ਬਾਬਾ ਜੀ ਇਹ ਆ ਜਾਣਾ ਵੀ ਇੱਕ ਦੇਸ਼ ਤੇ ਇੱਕੋ ਹੀ ਵਰਦੀ ਨਹੀਂ, ਇੱਕ ਦੇਸ਼ ਤੇ ਇੱਕੋ ਕਾਨੂੰਨ ਵੀ, ਇੱਕ ਕਾਨੂੰਨ ਹੋਵੇ, ਇੱਕ ਧਾਰਾ ਹੋਵੇ, ਪੰਜਾਬ 'ਚ ਵੀ ਉਹੀ ਲੱਗਦੀ ਹੋਵੇ, ਜੰਮੂ ਕਸ਼ਮੀਰ 'ਚ ਵੀ ਉਹੀ ਲੱਗਦੀ ਹੋਵੇ। ਹੁਣ ਮੇਰੀ ਗੱਲ ਸੁਣੋ, ਆ ਹੁਣ ਸੈਂਟਰ ਨੇ ਕੀਤਾ ਕਾਨੂੰਨ ਵੀ ਜਿਹੜੇ ਨਵੀਆਂ ਗੱਡੀਆਂ ਆਪਾਂ ਲੈਨੇ ਆ ਜੀ, ਠੀਕ ਹੈ ਨਾ ਜੀ, ਉਹਦੇ ਵਿੱਚ ਹੁਣ ਜੇ ਆਪਾਂ ਬੰਦਾ ਹਰਿਆਣੇ ਨੌਕਰੀ ਕਰਦਾ ਉਹਨੇ ਪੰਜਾਬ 'ਚੋਂ ਗੱਡੀ ਲੈ ਲਈ ਜੀ, ਉਹਨੂੰ ਉੱਥੇ ਟ੍ਰਾਂਸਫਰ ਕਰਨੀ ਪੈਂਦੀ ਸੀ, ਹੁਣ ਉਹਨਾਂ ਨੇ ਕਰਤਾ ਨਾ ਵੀ ਇੱਕੋ ਹੀ ਨੰਬਰ ਜਿਹੜਾ ਉਹ ਪੂਰੇ ਇੰਡੀਆ 'ਚ ਚੱਲੂਗਾ ਬਿਲਕੁਲ, ਠੀਕ ਹੈ ਨਾ ਜੀ। ਉਹਦੇ ਨਾਲ ਜਿਹੜੇ ਟੈਕਸ ਆ ਉਹ ਕਿੰਨੇ ਬਚਣੇ ਆ, ਲੋਕਾਂ ਦਾ ਬੈਨੀਫਿਟ ਹੀ ਆ, ਉਹਦੇ ਆਮ ਲੋਕਾਂ ਦਾ ਬੈਨੀਫਿਟ। ਹੁਣ ਤੁਸੀਂ ਪੰਜਾਬ ਨੰਬਰ ਗੱਡੀ ਲੈ ਕੇ ਹਿਮਾਚਲ ਜਾਓਗੇ ਜੀ, ਠੀਕ ਹੈ ਜੀ, ਜਦੋਂ ਹਿਮਾਚਲ ਐਂਟਰ ਹੁੰਦੇ ਹੋ ਤੁਹਾਡੀ ਉਹ ਟੈਕਸ ਲਾਉਂਦੇ ਆ, ਜਦੋਂ ਉਹ ਗੱਡੀਆਂ ਆ ਗਈਆਂ ਠੀਕ ਆ ਫਿਰ ਟੈਕਸ ਵੀ ਬੰਦ ਹੋਊਗਾ, ਲੋਕਾਂ ਨੂੰ ਫਾਇਦਾ ਹੀ ਹੈ ਜੀ 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 ਬਿਲਕੁਲ। ਤਾਂ ਬਾਬਾ ਜੀ ਤੁਹਾਡੀ ਗੱਲਾਂ ਤੋਂ ਮੈਨੂੰ ਇੱਕ ਗੱਲ ਤਾਂ ਪ੍ਰਤੀਤ ਹੁੰਦੀ ਹੈ ਕਿ ਤੁਸੀਂ ਕੇਂਦਰ ਦੇ ਤੇ ਪੀਐਮ ਮੋਦੀ ਸਾਹਿਬ ਦੇ ਬੜੇ ਕੱਟੜ ਫੈਨ ਲੱਗਦੇ ਹੋ, ਅੱਗੇ ਵੀ ਤੁਹਾਡੇ ਅਸੀਂ ਇੰਟਰਵਿਊ ਦੇਖੇ ਆ ਤੇ ਕੀਤੇ ਵੀ ਨੇ, ਤੁਸੀਂ ਮੋਦੀ ਸਾਹਿਬ ਦੇ ਹਮੇਸ਼ਾ ਸਪੋਰਟਰ ਰਹੇ ਹੋ, ਕੀ ਗੱਲ ਹੈ? ਦੇਖੋ ਜੀ 84 ਦੇ ਜਿੰਨੇ ਦੰਗਾ ਪੀੜ ਸੀ ਜੀ, ਜਿਨ੍ਹਾਂ ਨੇ ਦੰਗੇ ਕੀਤੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਕਿ ਨਹੀਂ ਹੋਈਆਂ ਜੀ। ਜੇ ਕੋਈ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਤੇ ਅਸੀਂ ਉਹਦੇ ਹਮਾਇਤੀ ਹਾਂ ਜੀ, ਜਿਹੜੀ ਮਰਜ਼ੀ ਪਾਰਟੀ ਹੋਵੇ। ਪਰ ਪੀਐਮ ਮੋਦੀ ਨੂੰ ਤਾਂ ਹਮੇਸ਼ਾ ਹਿੰਦੂ ਹਿਤੈਸ਼ੀ ਹੋਣ ਦਾ ਟੈਗ ਮਿਲਿਆ ਹੋਇਆ ਕਿ ਪੀਐਮ ਮੋਦੀ ਹਿੰਦੂਵਾਦੀ ਨੇ, ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ। ਤੇ ਜੇ ਚਲੋ ਜੇ ਹਿੰਦੂ ਵੀ ਆ ਤੇ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਹਨੇ ਨੇ ਖਲਾਇਆ ਬਿਲਕੁਲ, ਠੀਕ ਹੈ ਨਾ। ਸਿੱਖਾਂ ਦੇ ਕਿੰਨੇ ਧਾਰਮਿਕ ਮਸਲੇ ਸੁਲਝਾਏ ਆ,
ਅੱਜ ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਰਾਜ ਹੋਇਆ ਕਿੰਨੇ ਸਿੱਖ ਉੱਥੋਂ ਆਏ ਆ ਜੀ ਬਿਲਕੁਲ। ਅੱਜ ਯੂਕਰੇਨ ਦੇ ਵਿੱਚ ਜਦੋਂ ਤਬਾਹੀ ਹੋਈ ਸੀ ਆਪਣੇ ਜਿਹੜੇ ਇੰਡੀਅਨ ਸੀ ਉਹ ਸਿਰਫ ਇੱਕ ਝੰਡਾ ਦਿਖਾਉਂਦੇ ਸੀ, ਕਹਿੰਦੇ ਸੀ ਚੜੋ ਜੱਜ। ਜੀ ਬਿਲਕੁਲ ਠੀਕ ਹੈ ਨਾ ਜੀ। ਜੇ ਸਾਡਾ ਦੇਸ਼ ਤਰੱਕੀ ਕਰ ਰਿਹਾ ਤੇ ਸਾਨੂੰ ਉਹਦਾ ਸਮਰਥਨ ਕਰਨਾ ਚਾਹੀਦਾ। ਇਹ ਨਹੀਂ ਵੀ ਆਪਣੇ ਨਿੱਜੀ ਫਾਇਦਿਆਂ ਕਰਕੇ ਤੇ ਆਪਾਂ ਉਹਦੀ ਲੱਤ ਖਿੱਚ ਲਈ। ਜੀ ਮੈਂ ਨਹੀਂ ਮੰਨਦਾ। ਹੁਣ ਬਹੁਤ ਸਾਰੇ ਬੰਦੇ ਕਹਿੰਦੇ ਆ ਜਿਹੜਾ ਯੂਨੀਫਾਰਮ ਸਿਵਲ ਕੋਡ ਆ ਇਹ ਜੀ ਹਿੰਦੂ ਰਾਸ਼ਟਰ ਦੀ ਪਹਿਲ ਆ। ਹਿੰਦੂ ਰਾਸ਼ਟਰ ਦੀ ਪਹਿਲ ਕਰਦਾ, ਹਿੰਦੂ ਰਾਸ਼ਟਰ ਦਾ ਤਾਂ ਕੋਈ ਲਿੰਕ ਨਹੀਂ ਜੀ। ਹਿੰਦੂ ਰਾਸ਼ਟਰ ਦਾ ਕੋਈ ਲਿੰਕ ਹੀ ਨਹੀਂ ਜੀ। ਇਹ ਤਾਂ ਸਾਰੇ ਧਰਮਾਂ ਲਈ ਸਰਬ ਸਾਂਝਾ ਜੀ। ਦੇਖੋ ਧਰਮ ਅਲੱਗ ਚੀਜ਼ ਆ, ਕਾਨੂੰਨ ਅਲੱਗ ਚੀਜ਼ ਆ। ਕਾਨੂੰਨ ਅਲੱਗ ਚੀਜ਼। ਜੇ ਤੇ ਤੁਹਾਨੂੰ ਯੂਨੀਫਾਰਮ ਸਿਵਲ ਕੋਡ ਤੁਹਾਨੂੰ ਧਰਮ ਮੰਨਣ ਤੋਂ ਨਕਾਰਦਾ ਹੋਵੇ ਕਿ ਤੁਸੀਂ ਇਹ ਧਰਮ ਨਹੀਂ ਮੰਨਣਾ, ਫਿਰ ਅਸੀਂ ਮੰਨੀਏ, ਫਿਰ ਮੰਨੀਏ ਜੀ। ਫਿਰ ਵਿਰੋਧ ਕਰਨਾ ਜਾਇਜ਼ ਹੈ। ਅੱਛਾ ਹੁਣ ਉਹਨਾਂ ਨੇ ਇੱਕ ਖਰੜਾ ਮੰਗਿਆ ਵੀ ਸਾਨੂੰ ਖਰੜਾ ਦੇ ਦਿਓ ਜੀ, ਤੇ ਜੋ ਤੁਸੀਂ ਸੋਧ ਕਰਾਉਣੀ ਕਰਾ ਲਓ ਜੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਸੀ ਠੀਕ ਅਸੀਂ ਐਗਰੀ ਆ ਜੀ। ਸਾਡੇ ਜਿਹੜੇ ਆ ਘੜਾਮਾ ਚੌਧਰੀ ਠੀਕ ਹੈ ਨਾ, ਜਿਨ੍ਹਾਂ ਨੂੰ ਪਹਿਲਾਂ ਫਿਕਰ ਪੈ ਗਿਆ ਵੀ ਬਾਟੇ ਬੰਦ ਹੋ ਜਾਣੇ, ਗੁਰਦੁਆਰੇ ਬੰਦ ਹੋ ਜਾਣੇ, ਉਹਨਾਂ ਨੇ ਪਹਿਲਾਂ ਹੀ ਸਿੱਧਾ ਹੀ ਠਾ ਜੀ। ਠੀਕ ਹੈ ਨਾ। ਮੈਂ ਤੇ ਉਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਪਾਸੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹੋ, ਫਿਰ ਤੁਸੀਂ ਦੱਸੋ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੈ ਜਾਂ ਉਹਨਾਂ ਦੇ ਸਿਧਾਂਤ ਨੂੰ ਮੰਨਦੇ ਆ? ਨਹੀਂ ਮੰਨਦੇ। ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਕਿਹਾ ਮਾਨਸ ਕੀ ਜਾਤ ਸਭੇ ਇੱਕ ਪਛਾਣ। ਠੀਕ ਹੈ ਨਾ। ਤਾਂ ਚਲੋ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਪਿਛਲੇ 10-15 ਦਿਨਾਂ ਤੋਂ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ, ਪਾਣੀ ਭਰਿਆ ਲੋਕਾਂ ਦੇ ਘਰਾਂ ਦੇ ਵਿੱਚ, ਲੋਕਾਂ ਦਾ ਬਹੁਤ ਨੁਕਸਾਨ ਵੀ ਹੋਇਆ। ਤੁਸੀਂ ਸਰਕਾਰ ਨੂੰ, ਮੌਜੂਦਾ ਜਿਹੜੀ ਇਸ ਵੇਲੇ ਪੰਜਾਬ ਦੀ ਸਰਕਾਰ ਹੈ, ਉਹਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ ਮੀਂਹ ਤੇ 2 ਦਿਨ ਪਿਆ ਜੀ, ਉਹ ਵੀ ਮਤਲਬ ਕਿ ਵਿੱਚੋਂ ਰੁਕ ਕੇ ਪੈਂਦਾ ਰਿਹਾ ਤੇ ਪਾਣੀ ਤੇ ਇੰਨਾ ਮੀਂਹ ਤੇ ਇੰਨਾ ਹੈ ਹੀ ਨਹੀਂ ਸੀ, ਪਾਣੀ ਤੇ ਪਿੱਛੋਂ ਛੱਡਿਆ ਜੀ। ਸਰਕਾਰ ਨੂੰ ਇਹ ਚਾਹੀਦਾ ਸੀ ਪਹਿਲਾਂ ਭਾਈ ਉਹਦਾ ਡਰੇਨਾਂ ਦੀ ਸਫਾਈ ਕਰਾਉਂਦੇ ਜੀ। ਠੀਕ ਹੈ ਨਾ। ਤੇ ਉਹ ਤੇ ਕੁਝ ਵੀ ਨਹੀਂ ਕਰਾਇਆ ਉਹਨਾਂ ਨੇ। ਸਿਰਫ ਇਹ ਆ ਵੀ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਆ ਵੀ ਬਾਕੀ ਹੈਲੀਕਾਪਟਰ ਤੇ ਆਉਂਦੇ ਸੀ, ਮੈਂ ਗੱਡੀ 'ਚ ਆ ਗਿਆ ਜੀ। ਬਿਲਕੁਲ ਹਰੇਕ ਗੱਲ ਤੇ ਮੈਂ ਕਹਿੰਦਾ ਵੀ ਹਰੇਕ ਗੱਲ ਤੇ ਟੋਟਕਾ ਜਾਂ ਹਰੇਕ ਗੱਲ ਤੇ ਕਿਸੇ ਦਾ ਮਜ਼ਾਕ ਉਡਾਉਣਾ ਇਹ ਚੰਗੀ ਗੱਲ ਨਹੀਂ। ਹੁਣ ਤੇ ਅਕਾਲੀ ਦਲ 7-8 ਸਾਲਾਂ ਤੋਂ ਬਾਹਰ ਬੈਠਾ, ਅੱਜ ਵੀ ਅਕਾਲੀਆਂ ਨੂੰ ਛਿੱਤੇ ਕਰੀ ਜਾਂਦੇ। ਕਾਂਗਰਸ ਆ ਉਹ ਬਾਹਰ ਬੈਠੀ ਆ, 2 ਸਾਲ ਹੋ ਗਏ ਆ। 2 ਸਾਲਾਂ 'ਚ ਬਹੁਤ ਕੁਝ ਹੋ ਜਾਂਦਾ। ਇਹ ਤਾਂ ਸਿਰਫ ਉਦੋਂ ਕਹਿੰਦੇ ਹੁੰਦੇ ਸੀ ਵੀ ਪਰਿਵਾਰਵਾਦ ਆ, ਪਰਿਵਾਰ ਗਨਮੈਨ ਲਈ ਫਿਰਦਾ। ਹੁਣ ਤੁਸੀਂ ਆਪ ਦੇਖ ਲਓ, ਜੇ ਗਨਮੈਨ ਨਹੀਂ ਲਿਆ ਫਿਰ ਜੇ ਜ਼ਿਆਦਾ ਬੋਲਾਂਗੇ ਤੇ ਫਿਰ ਤੁਹਾਨੂੰ ਪਤਾ ਹੀ ਪਰਚਾ ਮਿੰਟ 'ਚ ਹੋ ਜਾਂਦਾ ਜੀ। ਤਾਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਜੋ ਸਥਿਤੀ ਬਣੀ ਸੀ, ਤੁਹਾਡੇ ਵੱਲੋਂ ਕੋਈ ਲੋਕਾਂ ਦੀ ਹੈਲਪ ਜਾਂ ਸਪੋਰਟ ਕੀਤੀ? ਬਿਲਕੁਲ ਜੀ। ਆਪਣੇ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਬੁੱਢੇ ਦਲ ਵਾਲੇ, ਉਹਨਾਂ ਲੰਗਰ ਚੱਲ ਰਿਹਾ ਪਟਿਆਲੇ ਸਾਰੇ। ਆਪਾਂ ਵੀ ਜਿਹੜੇ ਆਪਣੇ ਸਾਡੇ ਲੋਕ ਪੋਕੇ ਦੇ ਸਿੰਘ ਆ ਸਾਰੇ ਉਹ ਜਾ ਰਹੇ ਆ। ਔਰ ਦੂਜੀ ਗੱਲ ਇਹ ਆ ਵੀ ਹੁਣ ਸੈਂਟਰ ਗਵਰਨਮੈਂਟ ਨੇ 218 ਕਰੋੜ ਰੁਪਇਆ ਮੇਰੇ ਖਿਆਲ ਆ ਵੀ ਬਿਨਾਂ ਮੰਗੇ ਤੋਂ ਦੇ ਜੀ। ਉਹ ਕਹਿੰਦੇ ਹਰ ਪੀੜਤਾਂ ਨੂੰ ਦਿਓ। ਠੀਕ ਆ ਜੀ। ਜੇ ਕਿ ਸਾਡੇ ਕੋਲ ਹੋਰ ਲੈ ਜਾਓ, ਲੋਕਾਂ ਦੀ ਹੈਲਪ ਕਰੋ ਜੀ। ਉਹ ਕਿਸੇ ਨੇ ਹਾਲੇ ਦਿੱਤਾ ਹੀ ਨਹੀਂ ਕਿਸੇ ਨੂੰ। ਆ ਕੱਲ ਇੱਕ ਖਬਰ ਦੇਖੀ ਆ ਵੀ ਕਹਿੰਦੇ 21 ਲੱਖ ਦਾ ਚੈੱਕ ਆ, ਉਹ ਵੀ ਪਤਾ ਨਹੀਂ ਖਰੇ ਪਾਸ ਹੋਣਾ ਕਿ ਨਹੀਂ ਹੋਣਾ ਜੀ। ਠੀਕ ਹੈ ਨਾ ਜੀ। ਤੇ ਜੇ ਕੋਈ ਸੈਂਟਰ ਹੀ ਦੇ ਰਿਹਾ ਤਾਂ ਤੁਸੀਂ ਕਮ ਸੇ ਕਮ ਇਸ ਟਾਈਮ ਤੇ ਲੋਕੀ ਡੁੱਬ ਰਹੇ ਆ, ਮਰ ਰਹੇ ਆ, ਚਾਰੇ ਦੀ ਲੋੜ ਆ ਜਾਂ ਲੰਗਰ ਪਾਣੀ ਦੀ ਲੋੜ ਆ, ਪ੍ਰਸ਼ਾਦੇ ਦੀ ਲੋੜ ਆ ਜਾਂ ਚੀਜ਼ਾਂ ਦੀ ਲੋੜ ਆ, ਮੈਡੀਸਨ ਦੀ ਲੋੜ ਆ, ਤੁਸੀਂ ਉਹ ਤੇ ਪੂਰੀਆਂ ਕਰ ਦਿਓ। ਬਾਬਾ ਜੀ ਤੁਸੀਂ, ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਤੁਸੀਂ ਅੱਗੇ ਬੜਾ ਬੇਬਾਕ ਬੋਲਦੇ ਹੋ। ਅੱਜ ਤੁਹਾਡੀ ਗੱਲਾਂ 'ਚ ਮੈਨੂੰ ਥੋੜਾ ਜਿਹਾ ਸਹਿਮ ਦਾ ਮਾਹੌਲ ਦਿਖ ਰਿਹਾ। ਹੁਣੀ ਮੈਂ ਗੱਲ ਕੀਤੀ ਪੰਜਾਬ ਸਰਕਾਰ ਬਾਰੇ, ਤੁਸੀਂ ਆਖਿਆ ਕਿ ਜੇਕਰ ਕੁਝ ਬੋਲਾਂਗਾ ਤਾਂ ਪਰਚਾ ਹੋ ਜਾਊਗਾ। ਇਹ ਕਿਹੜੀ ਮਤਲਬ ਮਨ 'ਚ ਡਰ ਹੈ ਤੁਹਾਡੇ? ਹੁੰਦਾ ਜੀ। ਹੁਣ ਬੋਲਣ ਤੇ ਕਿਸੇ ਨੂੰ ਦਿੰਦਾ ਹੀ ਨਹੀਂ। ਇਹ ਡੈਮੋਕ੍ਰੇਸੀ ਹੈ, ਕਿਉਂ ਨਹੀਂ ਬੋਲ ਸਕਦੇ? ਕੋਈ ਵੀ ਬੋਲ ਸਕਦਾ। ਧੱਕਾ ਆ ਜੀ। ਇਹ ਤੇ ਕਹਿੰਦੇ ਸੀ ਬਦਲਾਅ ਆ। ਮੈਂ ਕਹਿੰਦਾ ਵੀ ਹੁਣ ਤੁਹਾਨੂੰ ਮੈਂ ਉਦਾਹਰਨ ਦੇ ਦਿੰਦਾ, ਬਾਦਲ ਸਾਹਿਬ ਦੇ ਮੂੰਹ ਤੇ ਲੋਕੀ ਕਹਿੰਦੇ ਹੁੰਦੇ ਤੁਸੀਂ ਸਾਡਾ ਕੰਮ ਨਹੀਂ ਕਰਦੇ, ਉਹ ਹੱਸ ਪੈਂਦੇ ਸੀ। ਉਹ ਨਹੀਂ ਤੁਹਾਡਾ ਕਾਕਾ ਕਰ ਦਿੰਨੇ ਆ। ਇਹ ਤਾਂ ਸੁਣਦੇ ਹੀ ਨਹੀਂ ਕਿਸੇ ਦੀ। ਇਹਨਾਂ ਦੇ ਐਮਐਲਏ ਜਿਹੜੇ ਉਹ ਸਾਰੇ ਆਪਣੇ ਪੇਚ ਫਸੇ ਆ, ਫੋਟੋਆਂ ਖਿਚਾਉਣਦੇ ਹੋਏ ਆ, ਕੋ ਕਿਤੇ ਨੂੰ ਜੀ। ਠੀਕ ਹੈ ਨਾ ਜੀ। ਉਹਨਾਂ ਨੂੰ ਆਪਣੇ ਕਾਨੂੰਨ, ਆਪਣੇ ਅਧਿਕਾਰ ਹੀ ਨਹੀਂ ਪਤਾ। ਇਹ ਤੇ ਬਸ ਪਰਚੇ ਕਰਨੇ ਜਾਣਦੇ ਆ, ਚਾਹੇ ਉੱਤੇ ਕਰਾ ਲਓ ਚਾਹੇ ਨੀਤੇ ਕਰਾ ਲਓ, ਜਿੱਤੇ ਮਰਜ਼ੀ ਕਰਾ ਲਓ ਜੀ। ਮਤਲਬ ਆਈਡੀਆ ਹੈ ਵੀ ਜੇ ਕੁਝ ਬੋਲਾਂਗੇ ਤਾਂ ਪਰਚਾ ਹੋ ਸਕਦਾ। ਆਊਗਾ ਡੈਫੀਨਿਟਲੀ। ਮਾਈਂਡ ਸੈਟ ਕੀਤਾ ਹੋਇਆ। ਉਹ ਡੈਫੀਨਿਟਲੀ ਦੇਖਦੇ ਹੀ ਆ। ਬਾਕੀ ਵੀ ਹੈਗੇ ਹੀ ਆ। ਜੇ ਕੋਈ ਪੋਸਟ ਪਾਉਂਦਾ ਫੇਸਬੁੱਕ ਤੇ ਜਾਂ ਕਿੱਦਾਂ ਤੇ 5 ਵਜੇ ਚੁੱਕ ਲੈਂਦੇ ਆਣ ਕੇ ਜੀ। ਠੀਕ ਹੈ ਨਾ ਜੀ। ਜਿੱਦਾਂ ਉਹ ਬਹੁਤ ਵੱਡਾ ਅੱਤਵਾਦੀ ਹੁੰਦਾ ਜੀ। ਬਿਲਕੁਲ ਠੀਕ ਹੈ ਨਾ ਜੀ। ਤਾਂ ਹੁਣ ਗੱਲ ਕਰਦੇ ਆ ਤੁਹਾਡੇ ਕੱਟੜ ਵਿਰੋਧੀ ਦੀ, ਜਿਹਦੇ ਬਾਰੇ ਤੁਸੀਂ ਬੜੇ ਖੁਲਾਸੇ ਕੀਤੇ ਸਕਾਈ ਨਿਊਜ਼ ਤੇ ਵੀ ਹੋਰ ਵੀ ਚੈਨਲਾਂ ਤੇ। ਅੰਮ੍ਰਿਤਪਾਲ ਸਿੰਘ, ਪਿਛਲੇ ਦਿਨੀ ਚਰਚਾਵਾਂ ਚੱਲ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣ ਵਾਲੀ ਹੈ। ਕੀ ਤੁਸੀਂ ਉਹਨਾਂ ਦਾ ਵੈਲਕਮ ਕਰਨ ਜਾਓਗੇ? ਨਹੀਂ, ਰਿਹਾਈ ਕਿੱਦਾਂ ਹੋ? ਐਨਐਸਏ ਤੇ ਸਾਲ ਵਾਸਤੇ ਲੱਗੀ ਆ। ਉਹ ਗਾਂ ਹਲੇ ਰਿਵਿਊ ਹੋਣੀ ਆ, ਵਾਪਸ ਹੋਣੀ ਆ। ਉਹ ਤੇ ਉਹਨਾਂ ਦਾ ਆਈਟੀ ਸੈੱਲ ਆ। ਉਹ ਤੇ ਉਹਨਾਂ ਨੂੰ ਸਰਬੱਤ ਖਾਲਸੇ ਦਾ ਜਹੇਦਾਰ ਵੀ ਲਾਈ ਜਾਂਦੇ ਆ ਜੀ। ਠੀਕ ਹੈ ਨਾ ਜੀ। ਤੇ ਉਹ ਤਾਂ ਕਹੀ ਜਾਂਦੇ ਬਸ ਫਲਾਣੇ ਦੀ ਵੀ ਰਿਹਾਈ ਹੋ ਗਈ ਤੇ ਮਿਕੜੇ ਦੀ ਵੀ ਹੋ ਗਈ ਆ। ਕਦੀ ਟਵਿੱਟਰ ਤੇ ਪਾਉਂਦੇ, ਕਦੀ ਫੇਸਬੁੱਕ ਤੇ ਪਾਉਂਦੇ, ਕਿਤੇ ਵੀ ਤਾਂ ਪਾਈ ਜਾਂਦੇ ਜੀ। ਉਹ ਨਹੀਂ ਗੱਲ। ਕਾਨੂੰਨ ਦਾ ਹਾਲੇ ਤੇ ਪੰਜਾਬ ਵਾਲੇ ਪਰਚੇ ਪਏ ਆ ਜੀ। ਰਿਹਾਈ ਕਿੱਦਾਂ ਹੋ ਜੂਗੀ? ਠੀਕ ਹੈ ਨਾ ਜੀ। ਐਨਐਸਏ ਸਾਲ ਵਾਸਤੇ ਲੱਗੀ ਆ ਜੀ। ਐਨਐਸਏ ਪਹਿਲਾਂ ਕਲੀਅਰ ਹੋਊਗੀ,
ਫਿਰ ਹੀ ਰਿਹਾਈ ਹੋਊਗੀ। ਉਹ ਤਾਂ ਸਿਰਫ ਹਵਾ 'ਚ ਹੀ ਗੱਲਾਂ ਹੈ ਜੀ, ਠੀਕ ਹੈ ਨਾ ਜੀ, ਵੀ ਮੈਂ ਲੋਕੀ ਉਹ ਆਪਣੇ ਦਿਲ ਨੂੰ ਦਰਾਸਾ ਦਿੰਦੇ। ਚਲੋ ਬਾਬਾ ਜੀ, ਮੈਂ ਗੱਲ ਇਹ ਕਰ ਰਿਹਾ ਕਿ ਜੇਕਰ ਅੰਮ੍ਰਿਤਪਾਲ ਦੀ ਜਦੋਂ ਵੀ ਰਿਹਾਈ ਹੁੰਦੀ ਹੈ, ਬਾਬਾ ਕੁਲਜੀਤ ਸਿੰਘ ਜੀ ਵੈਲਕਮ ਕਰਨ ਜਾਣਗੇ? ਨਹੀਂ, ਜੇ ਤੇ ਉਹ ਧਰਮ ਦੀ ਲੜਾਈ ਵਾਸਤੇ ਗਿਆ ਫਿਰ ਤੇ ਵੈਲਕਮ ਕਰਾਂਗੇ। ਲੜਾਈ ਤੇ ਹੋਈ ਜਨਾਨੀ ਪਿੱਛੇ। ਕਿਹੜੀ ਜਨਾਨੀ ਪਿੱਛੇ ਲੜਾਈ ਹੋਈ? ਜਿਹੜਾ ਵਿਕਰਮ ਸੀ ਜੀ, ਮੈਂ ਹੁਣ ਖੁਲਾਸਾ ਕਰ ਹੀ ਦਿੰਦਾ ਜੀ। ਤੁਸੀਂ ਬਹੁਤ ਚਿਰ ਦਾ ਮੈਨੂੰ ਕਹਿ ਰਹੇ ਹੋ ਕੀ ਗੱਲ। ਵਿਕਰਮ ਦੀ ਕਿਸੇ ਕੁੜੀ ਦੇ ਨਾਲ ਅੰਗੇਜਮੈਂਟ ਹੋਈ ਸੀ ਜੀ। ਜਿਹੜਾ ਵਿਕਰਮ ਜਿਹੜਾ ਅੰਮ੍ਰਿਤਪਾਲ ਦਾ ਸਾਥੀ ਸੀ, ਅੰਮ੍ਰਿਤਪਾਲ ਦਾ ਗੜਵਈ ਸੀ ਜੀ। 2-2.5 ਸਾਲ ਉਹ ਕੁੜੀ ਨੂੰ ਘੁਮਾਉਂਦਾ ਰਿਹਾ ਉਹ ਜੀ। ਉਹ ਕਵੇ ਮੇਰੇ ਨਾਲ ਵਿਆਹ ਕਰਾ, ਕੁੜੀ ਕਹਿੰਦੀ ਸੀ। ਕੁੜੀ ਕਵੇ ਮੇਰੇ ਨਾਲ ਵਿਆਹ ਕਰਾ। ਉਹਨੇ 2-3 ਵਾਰੀ ਅੰਮ੍ਰਿਤਪਾਲ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਜੀ। ਉਹ ਕੋਈ ਗੱਲਬਾਤ ਨਹੀਂ ਸੁਣੀ। ਅਖੀਰ ਤੇ ਉਹ ਚਲੋ ਜਿਹੜੇ ਉਹਦੇ ਹਮਾਇਤੀ ਸੀ ਜਾਂ ਕੁਝ ਵੀ ਸੀ, ਉਹਨਾਂ ਨਾਲ ਉਹਨੇ ਸੰਪਰਕ ਕੀਤਾ ਜੀ। ਉਹਨਾਂ ਨੇ ਥੱਲੇ ਕਮੈਂਟ ਕਰਨੇ ਸ਼ੁਰੂ ਕਰਤੇ ਵੀ ਭਾਈ ਸਾਹਿਬ ਇਹਨਾਂ ਨੂੰ ਇਨਸਾਫ ਦਿਓ। ਉੱਥੋਂ ਬੰਦਾ ਚੁੱਕ ਲਿਆ ਉਹਨਾਂ ਨੇ ਜੀ, ਬੰਦਾ ਚੁੱਕ ਕੇ ਕੁੱਟ ਸਿੱਟਿਆ, ਠੀਕ ਆ ਜੀ। ਉਹਦੇ ਕੋਲ ਤੇ ਪਰਚਾ ਹੋ ਗਿਆ ਕਿਡਨੈਪਿੰਗ ਦਾ। ਜਦੋਂ ਪਰਚਾ ਹੋ ਗਿਆ, ਲਵਪ੍ਰੀਤ ਸਿੰਘ ਫੜਿਆ ਗਿਆ, ਉਹਨੂੰ ਛਡਾਉਣ ਲਈ ਗੁਰੂ ਗ੍ਰੰਥ ਸਾਹਿਬ ਲੈ ਗਿਆ। ਤੇ ਜਿਹੜੀ ਅਜਨਾਲਾ ਘਟਨਾ ਹੋਈ ਸੀ ਉਹ ਕੁੜੀ ਕਰਕੇ ਹੋਈ, ਇੱਕ ਕੁੜੀ ਕਰਕੇ ਐਡਾ ਵੱਡਾ ਕਾਂਡ ਹੋ ਗਿਆ। ਕੁੜੀ ਕਰਕੇ ਥਾਣੇ ਚੋਂ ਬੰਦਾ ਛਡਾਉਣ ਚਲੇ ਗਿਆ ਜੀ। ਤੁਸੀਂ ਜਾਣਦੇ ਹੋ ਉਸ ਕੁੜੀ ਨੂੰ ਜਿਹਦਾ ਜ਼ਿਕਰ ਕਰਦੇ ਹੋ? ਜਾਣਦੇ। ਕੀ ਨਾਮ ਹੈ ਉਹਨਾਂ ਦਾ? ਨਾਂ ਨਹੀਂ ਮੈਂ ਕੈਮਰੇ ਤੇ ਨਹੀਂ ਮੈਂ ਦੱਸਣਾ ਜੀ, ਕਿਉਂਕਿ ਅਗਲੇ ਨੇ ਵੀ ਕੱਲ ਨੂੰ ਅਗਲੀ ਵੀ ਪ੍ਰਾਈਵੇਸੀ ਆ ਜੀ, ਠੀਕ ਹੈ ਨਾ। ਹਾਲੇ ਇਹਨਾਂ ਦੇ 2-3 ਤੁਹਾਡੇ ਸੰਪਰਕ 'ਚ ਹੈ ਉਹ ਲੇਡੀ? ਸਾਰੇ ਸਾਡੇ ਸੰਪਰਕ 'ਚ ਜੀ, ਕਿਉਂਕਿ ਮੈਂ ਇੱਥੇ ਗੱਲ ਕਹਿ ਰਿਹਾ, ਗੱਲ ਮੁੜ ਕੇ ਕੱਚੀ ਨਿਕਲੇ, ਕੱਲ ਨੂੰ ਬੇਇੱਜ਼ਤੀ ਹੁੰਦੀ ਜੀ, ਠੀਕ ਹੈ ਨਾ ਜੀ। ਇਸ ਕਰਕੇ ਗੱਲ ਉਹ ਕਰੋ ਜਿੰਨੀ ਤੁਸੀਂ ਪਕਾ ਸਕਦੇ ਜੀ। ਬਿਲਕੁਲ। ਉਹ ਕੁੜੀ ਨੂੰ ਮਿਲੇ ਵੀ ਆ, ਮੈਂ ਨਹੀਂ ਮਿਲਿਆ, ਹੋਰ ਸਿੱਖ ਚਿਹਰੇ ਵੀ ਮਿਲੇ ਆ ਜੀ, ਹੋਰ ਵੀ ਲੋਕ ਮਿਲੇ, ਹੋਰ ਵੀ ਲੋਕ ਮਿਲੇ, ਉਹ ਜਥੇਬੰਦੀਆਂ ਵਾਲੇ ਵੀ ਮਿਲੇ ਆ। ਉਹਨਾਂ ਬਹਿ ਕੇ ਸਾਰੀ ਗੱਲਬਾਤ ਹੋਈ, ਉਹਨੇ ਦੱਸਿਆ ਆ। ਤੇ ਬਾਕੀ ਆ ਹੁਣ ਤੇ ਉਹ ਅਸਲ ਵਿੱਚ ਕੁੜੀ ਇਸ ਗੱਲੋਂ ਡਰਦੀ ਆ ਵੀ ਜਿਹਦੇ 2-3 ਬੰਦੇ ਇਹਨਾਂ ਦੇ ਹਾਲੇ ਬਾਹਰ ਜੀ, ਉਹ ਮੇਰਾ ਕਿਤੇ ਨੁਕਸਾਨ ਨਾ ਕਰ ਦੇਣ। ਉਹ ਤਾਂ ਹੁਣ ਹਰੇਕ ਮਾਪੇ ਨੂੰ ਹੁੰਦਾ ਹੀ ਆ ਵੀ ਸਾਡੀ ਕੁੜੀ ਦਾ ਨੁਕਸਾਨ ਨਾ ਹੋਵੇ। ਬਿਲਕੁਲ, ਠੀਕ ਹੈ ਨਾ। ਇਸ ਕਰਕੇ ਲੜਾਈ ਉਹ ਕੁੜੀ ਤੋਂ ਹੋਈ ਆ ਜੀ, ਠੀਕ ਹੈ ਜੀ। ਤੇ ਗਈ ਉਹ ਪੰਥਕ ਵਾਲੇ ਪਾਸੇ ਨੂੰ। ਉਹ ਕਿਹਨੇ ਟਰਨ ਕਰਤੀ ਪੰਥਕ ਵਾਲੇ ਪਾਸੇ? ਟਰਨ ਅੰਮ੍ਰਿਤਪਾਲ ਨੇ ਕੀਤੀ ਆ ਜੀ, ਅੰਮ੍ਰਿਤਪਾਲ ਦੇ ਸਾਥੀਆਂ ਨੇ ਕੀਤੀ ਆ। ਜਦੋਂ ਉਹਨਾਂ ਨੇ ਬੰਦਾ ਚੁੱਕ ਲਿਆ, ਚੁੱਕ ਕੇ ਉਹਨੂੰ ਕੁੱਟਿਆ ਮਾਰਿਆ। ਜਿਨ੍ਹਾਂ ਦੇ ਕੋਲੋਂ ਬੰਦਾ ਗਿਆ, ਠੀਕ ਹੈ ਜੀ, ਉਹਨਾਂ ਨੇ ਲੱਭਣਾ ਸ਼ੁਰੂ ਕੀਤਾ ਜੀ। ਇਹਨਾਂ ਦੇ ਇੱਕ ਸੱਜਣ, ਉਹ ਕਹਿੰਦਾ ਜੀ ਸਾਡਾ ਸਿਕਿਉਰਿਟੀ ਵਿੰਗ ਚੱਕ ਕੇ ਲਿਆਇਆ ਉਹਨੂੰ ਜੀ। ਸਿਕਿਉਰਿਟੀ ਵਿੰਗ ਕਹਿੰਦੇ ਸੀ ਇਹ ਜੀ, ਸਾਡਾ ਸਿਕਿਉਰਿਟੀ ਵਿੰਗ। ਉਹ ਕਹਿੰਦੇ ਵੀ ਕੀ ਕਸੂਰ ਆ, ਜੇ ਭਾਈ ਇਹਨੇ ਕੋਈ ਗਲਤੀ ਕੀਤੀ ਆ, ਇਹ ਜੀ ਸਾਨੂੰ ਕਮੈਂਟ ਕਰਦਾ ਜੀ। 3 ਦਿਨਾਂ ਬਾਅਦ ਤੇ ਬੰਦੇ ਦਾ ਕੰਘਾ ਲੱਭਦਾ। ਉੱਥੋਂ ਸਾਰੇ ਸਿੰਪਲ ਲੈਂਦੀ ਪੁਲਿਸ ਜਾ ਕੇ, ਜਿਸ ਮੋਟਰ ਤੇ ਕੁੱਟਿਆ, ਸਾਰੀਆਂ ਲੋਕੇਸ਼ਨਾਂ ਉੱਥੇ ਲੱਭਦੀਆਂ। ਫਿਰ ਇਹਦਾ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੀ। ਅੰਮ੍ਰਿਤਪਾਲ ਨੇ 16 ਮਾਰਚ ਨੂੰ ਇਸ ਗੱਲ ਤੇ ਮਾਫੀ ਵੀ ਮੰਗੀ ਆ। ਕਿਸ ਤੋਂ? ਉਹ ਵਰਿੰਦਰ ਸਿੰਘ ਤੋਂ ਜੀ ਮਾਫੀ ਮੰਗੀ ਆ। ਉੱਥੇ ਮਹਾਂਪੁਰਸ਼ ਦਾ ਮੈਂ ਨਾਂ ਲਵਾਂਗਾ। ਉਹ ਕਹਿੰਦਾ ਵੀ ਜੇ ਮਾਫੀ ਮੰਗਣੀ ਹੈ ਤੇ ਜਨਤਕ ਤੌਰ ਤੇ ਮੰਗੋ। ਤੇ ਮੇਰੀ ਕੁੱਟ ਜਨਤਕ ਤੌਰ ਤੇ ਹੋਈ ਆ। ਕਹਿੰਦਾ ਮੈਂ ਜਨਤਕ ਤੌਰ ਤੇ ਨਹੀਂ ਮੰਗਣੀ। ਉਹ ਕਹਿੰਦਾ ਫਿਰ ਠੀਕ ਆ ਭਾਈ, ਅੱਛਾ ਪਰਸਨਲ ਲੈਵਲ ਤੇ ਮਾਫੀ ਮੰਗੀ ਆ। ਉਹ ਵੀਡੀਓ ਦੇ ਦਿਆਂਗੇ ਤੁਹਾਨੂੰ, ਟਾਈਮ ਉਹਦੇ ਚਲਾਵਾਂਗੇ ਜੀ। ਉਹ ਵੀ ਦਵਾਂਗੇ, ਸਭ ਕੁਝ ਦਵਾਂਗੇ, ਸਾਡੇ ਕੋਲ ਸਭ ਕੁਝ ਹੈ ਜੀ। ਸਾਰੇ ਪ੍ਰੂਫ ਅੰਮ੍ਰਿਤਪਾਲ ਦੇ ਖਿਲਾਫ ਇਕੱਠੇ ਕਰੀ ਬੈਠੇ ਹੋ। ਬਿਲਕੁਲ ਜੀ। ਉੱਥੇ ਜੋ ਉੱਥੇ ਹੁੰਦਾ ਸੀ, ਜੇ ਕੋਈ ਨਸ਼ਾ ਛੱਡਣ ਆਇਆ ਤੇ ਉਹਦੇ ਇੱਕ ਬੰਦਾ ਇਦਾਂ ਦਾ ਮਿਲਿਆ ਜਿਹਦੇ 13 ਟਾਂਕੇ ਲੱਗੇ ਆ ਜੀ, ਡਾਂਗ ਪਾਤੀ ਪਿੱਛੇ। ਇਹਦੇ ਤੇ ਗੁੰਡਾ ਰਾਜ ਕਰਦੇ। ਇਹਦੇ ਕੋਲ ਕੀ ਅਥਾਰਟੀ ਸੀ ਵੀ ਨਸ਼ਾ ਛਡਾਉਂਦਾ ਹੈ ਜੀ ਜੀ। ਆ ਪਰਵਿੰਦਰ ਝੋਟਾ ਆ, ਇਹਦੇ ਕੋਲ ਕੀ ਅਥਾਰਟੀ ਹੈ ਮੈਨੂੰ ਦੱਸੋ ਪਹਿਲਾਂ ਜੀ। ਆਪਾਂ ਕਰਦੇ ਹਾਂ ਗੱਲ, ਪਹਿਲਾਂ ਅੰਮ੍ਰਿਤਪਾਲ ਵਾਲਾ ਇਸ਼ੂ ਡਿਸਕਸ ਕਰ ਲਈਏ ਜੀ। ਉਸ ਤੋਂ ਬਾਅਦ ਜੀ ਜਦੋਂ ਸਾਰਾ ਕੁਝ ਹੋ ਗਿਆ, ਚੱਕ ਲਿਆਏ, ਉਹ ਜਾ ਕੇ ਉਹਨੇ ਮੈਡੀਕਲ ਕਰਾਇਆ ਜੀ। ਮੈਡੀਕਲ ਕਰਾਇਆ, ਉਹਦੇ ਸੱਟਾਂ ਸੀਗੀਆਂ, ਠੀਕ ਹੈ ਨਾ। ਮੇਰੇ ਤੇ ਵੀ ਪਰਚੇ ਦਰਜ ਹੋਏ। ਮੈਂ ਨਹੀਂ ਮੰਨਦਾ ਵੀ ਪਰਚਾ ਝੂਠਾ ਹੋਊਗਾ, ਨਾ ਜੀ ਨਾ। ਪਰਚੇ ਆਈਓ ਨੂੰ ਪਤਾ ਮੈਂ ਰਿਕਾਰਡ ਲੈ ਕੇ ਜਾਣਾ ਜੀ। ਬਿਲਕੁਲ ਆਬਵੀਅਸ ਜੀ, ਓਬਵੀਅਸਲੀ ਉਹਨੂੰ ਪਤਾ ਭਾਈ ਮੇਰੀ ਨੌਕਰੀ ਹੈ ਜੀ। ਉੱਥੇ ਸੀਨੀਅਰ ਅਫਸਰ ਕੋਈ ਨਾ ਕੋਈ ਗੱਲ ਹੁੰਦੀ ਹੈ ਤਾਂ ਹੀ ਪਰਚਾ ਹੁੰਦਾ ਹੈ। ਆਵਾਜ਼ ਘਰੇ ਬੈਠੇ ਕਦੀ ਪਰਚਾ ਨਹੀਂ ਹੁੰਦਾ ਜੀ। ਜਦੋਂ ਉਹਨੂੰ ਲਵਪ੍ਰੀਤ ਨੂੰ ਫੜ ਲਿਆ, ਠੀਕ ਹੈ ਜੀ, ਫੜ ਲਿਆ। ਇਹਨਾਂ ਨੇ 2-3 ਦਿਨ ਵੇਟ ਕੀਤੀ, ਕੀ ਕਰਦੇ ਆ। ਇਹਨਾਂ ਨੂੰ ਡਰ ਸੀ ਵੀ ਭਾਈ ਖੁਲਾਸੇ ਹੋਣਗੇ ਜੀ। ਪਿੱਛੋਂ ISI ਚਲਾਉਣ ਡਈ ਸੀ ਜੀ। ਜਦੋਂ ਦੇਖਿਆ ਵੀ ਹੁਣ ਖੁਲਾਸੇ ਹੋ ਜਾਣੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ। ਢਾਲ ਵਾ ਕੇ ਪਾਲਕੀ ਸਾਹਿਬ ਨੂੰ ਅੱਗੇ ਲਾਇਆ। ਜਿਹੜੇ ਲੋਕੀ ਗਏ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਗਰ ਗਏ। ਅੰਮ੍ਰਿਤਪਾਲ ਦੇ ਪਿੱਛੇ ਕੌਣ ਜੀ? ਅੰਮ੍ਰਿਤਪਾਲ ਦੇ ਸਾਥੀ, ਅੰਮ੍ਰਿਤਪਾਲ ਕੋਲ ਪਿੱਛੇ ਫੌਜ ਜਿਹੜੀ ਤਿਆਰ ਕੀਤੀ ਸੀ, ਕੋਈ ਉਹਦੇ ਨਾਲ ਨਹੀਂ। ਜਿਹੜੇ ਹੈਗੇ ਆ ਉਹ ਜਿਹੜੇ ਅੰਦਰ ਬੈਠੇ ਉਹੀ ਨਾਲ ਆ ਉਹਦੇ। ਹੁਣ ਸੰਗਤ ਤੁਸੀਂ ਵੀ ਚਾਹੇ ਤੁਸੀਂ ਹਿੰਦੂ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਨਹੀਂ ਕਰਦੇ? ਬਿਲਕੁਲ ਕਰਦੇ। ਜੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜਾਂਦੀ ਹੋਊਗੀ ਤਾਂ ਤੁਸੀਂ ਨਾਲ ਨਹੀਂ ਚੱਲੋਗੇ? ਬਸ ਫਿਰ ਉਹ ਸੰਗਤ ਤੇ ਤਾਂ ਗਈ ਵੀ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਵੀ ਉੱਥੇ ਕੋਈ ਗੱਲ ਨਾ ਹੋ ਜਾਵੇ। ਪਾਲਕੀ ਸਾਹਿਬ ਨੂੰ ਅੱਗੇ ਲਾ ਲਿਆ, ਥਾਣੇ ਚ ਲੈ ਗਏ। ਉੱਥੇ ਜੋ ਵੱਢ ਟੋਕ ਕੀਤੀ ਉਹ ਤੁਹਾਨੂੰ ਪਤਾ ਹੀ ਹੈ ਮੁਲਾਜ਼ਮਾਂ ਦੇ ਨਾਲ, ਬਿਲਕੁਲ, ਠੀਕ ਹੈ ਨਾ। ਲੜਾਈ ਤੇ ਕੁੜੀ ਦੀ, ਠੀਕ ਹੈ ਨਾ। ਤੇ ਰੰਗ ਉਹਨੂੰ ਪੰਥਕ ਦੇਈ ਜਾਂਦੇ। ਜਿਹਦੇ ਪੰਥ ਵਾਸਤੇ ਗਿਆ ਹੁੰਦਾ ਤੇ ਜ਼ਰੂਰ ਵੈਲਕਮ ਕਰਦੇ, ਫਿਰ ਤੇ ਭਾਵੇਂ ਨਾਲ ਵੀ ਜਾਂਦੇ ਜੀ। ਨਾਲ ਵੀ ਤੁਸੀਂ ਅੰਮ੍ਰਿਤਪਾਲ ਦੇ ਨਾਲ ਗ੍ਰਿਫਤਾਰੀ ਦੇਣ ਲਈ ਤਿਆਰ ਸੀ ਜੇ ਪੰਥਕ ਲੜਾਈ ਹੁੰਦੀ ਜੀ। ਜਾਂ ਤੇ ਉਹਨੂੰ ਕਿਸੇ ਨੇ ਅੰਮ੍ਰਿਤ ਛਕਾਉਣ ਤੋਂ ਰੋਕਿਆ ਹੋਵੇ ਜਾਂ ਖਾਲਸਾ ਵੀਰ ਤੋਂ ਕਿਸੇ ਨੇ ਰੋਕਿਆ ਹੋਵੇ, ਫਿਰ ਤੁਸੀਂ ਮੇਰੇ ਨਾਲ ਗੱਲ ਕਰੋ, ਠੀਕ ਹੈ ਨਾ। ਗੱਲ ਤੇ ਸਾਰੀ ਇਹ ਆ ਵੀ ਅਜਨਾਲਾ ਥਾਣਾ ਘੇਰਿਆ ਤੇ ਲੜਾਈ ਕੁੜੀ ਦੀ ਆ। ਮੈਂ ਖੁਦ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਇਹਨਾਂ ਦੇ ਬੰਦੇ ਨੂੰ ਅੱਗੇ ਨਹੀਂ ਸੀ ਜਾਣ ਦਿੰਦੇ। 4-5 ਜਿਹੜੇ ਮੋਹਰੇ ਲਾਏ ਹੁੰਦੇ ਸੀ।
ਮੈਂ ਬੰਦੇ ਲਿਆਉਂਗਾ ਜਿਹੜੇ ਰੁੱਸ ਕੇ ਆਏ ਹੋ ਸੀ ਜੀ ਠੀਕ ਹੈ ਨਾ, ਮੈਂ ਇੱਥੇ ਤੁਹਾਡੇ ਸਟੂਡੀਓ 'ਚ ਬਿਠਾ ਲੂੰਗਾ ਜਿਹੜੇ ਆਪ ਕਹਿੰਦੇ ਭਾਈ ਵੀ ਉਹ ਤਾਂ ਸੁਣਦਾ ਹੀ ਨਹੀਂ ਕਿਸੇ ਦੀ ਜੀ ਉਹ ਕੰਨਾਂ 'ਚ ਟੂਟੀਆਂ ਲਾ ਕੇ ਬੈਠਾ ਰਹਿੰਦਾ ਅੱਖਾਂ ਬੰਦ ਕਰਕੇ ਜੀ ਬਾਕੀ ਉਹਦੇ ਬੰਦੇ ਜੋ ਮਰਜ਼ੀ ਕਰਦੇ ਜਾਣ ਉਹ ਤਾਂ ਸਿਰਫ ਪੈਸੇ ਨਾਲ ਮਤਲਬ ਸੀ ਪੈਸਾ ਇਕੱਠਾ ਕਰਨਾ ਸੀ ਕਰ ਲਿਆ ਪੈਸਾ ਇਕੱਠਾ ਕਰਕੇ ਮਤਲਬ ਪੈਸੇ ਇਕੱਠੇ ਗੱਲ ਹੁਣ ਜੀ ਐਡੀ ਮਰਸੀਡੀ ਗੱਡੀ ਮੈਂ ਕਹਿੰਦਾ ਕਿਸੇ ਵੀਆਈਪੀ ਕੋਲ ਨਹੀਂ ਹੈਗੀ ਦੱਸੋ ਤੇ ਜੀ। ਸਹੀ ਉਹਦੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਜੀ ਬਿਲਕੁਲ ਜਿੰਨਾ ਪੈਸਾ ਇਕੱਠਾ ਕੀਤਾ ਜੋ ਖੰਡੇ ਹੋਣਾ ਨੇ ਭੇਜਿਆ ਸਾਰਾ ਉਹਦੇ ਕੋਲ ਹੀ ਆ ਜੀ 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 ਤੁਸੀਂ ਹਾਂ ਖੰਡਾ ਅਵਤਾਰ ਖੰਡਾ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਅਵਤਾਰ ਖੰਡਾ ਦੀ ਪਿੱਛੇ ਜੇ ਮੌਤ ਹੋ ਜਾਂਦੀ ਹੈ ਕਿਵੇਂ ਦੇਖਦੇ ਹੋ ਕਿ ਉਹ ਮੌਤ ਕਿਉਂ ਹੋਈ ਮੌਤ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਮ ਲੋਕੇ ਹੁਣ ਚਲੋ ਮੈਂ ਦੱਸ ਹੀ ਦਿੰਦਾ ਜੀ ਜਦੋਂ ਇਹਨਾਂ ਨੇ ਉਹ ਯੂਕੇ ਦੇ ਐਮਬੈਸੀ ਦੇ ਅੱਗੇ ਤਿਰੰਗਾ ਝੰਡਾ ਸਾਡਾ ਜੀ। ਜਿਹੜਾ ਸਾੜਿਆ ਜੀ ਭਾਰਤ ਦੇ ਹਾਈ ਕਮਿਸ਼ਨਰ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਭਾਈ ਵੀ ਪਾਸਪੋਰਟ ਤੇ ਉਹਨਾਂ ਕੋਲ ਇੰਡੀਆ ਨਹੀਂ ਸੀ ਜੀ, ਉੱਥੇ ਜੀ। ਤੇ ਪੱਕੇ ਦਾ ਹੈ ਨਹੀਂ ਸੀ ਜੀ ਉਹ ਕਹਿੰਦੇ ਲੈ ਜਾਓ ਬਿਲਕੁਲ ਠੀਕ ਹੈ ਨਾ ਅਸੀਂ ਰਿਪੋਰਟ ਕਰ ਦੇਣੇ ਕਰਨੇ ਵੀ ਉਹਨਾਂ ਨੇ ਹੈਗੇ ਆ ਜੀ। ਸੀਗੇ ਫਿਰ ਜਿਹੜੇ ਉਹਨਾਂ ਨੂੰ ਚਲਾਉਂਦੇ ਸੀ ਠੀਕ ਹੈ ਨਾ ਆਈਐਸ ਵਾਲੇ ਉਹਨਾਂ ਨੂੰ ਡਰ ਪੈ ਗਿਆ ਵੀ ਭਾਈ ਹੁਣ ਇੰਡੀਆ ਵਾਲਿਆਂ ਨੂੰ ਜਾਣਗੇ ਤੇ ਸਾਡੇ ਖਲਾਸੇ ਕਰਨਗੇ ਜੀ। ਉਹਨਾਂ ਨੇ ਆਪਾ ਹੀ ਸਾਰਾ ਕੁਝ ਕਰਾ ਦਿੱਤਾ ਜੀ ਉਸमें ਕਰਵਾਇਆ ਮਤਲਬ ਪਲਾਨਡ ਸੀ ਤੁਸੀਂ। ਪਲਾਨਡ ਸੀ ਸਾਰਾ ਕੁਝ ਤੇ ਗੱਲ ਕਰੀਏ ਅੰਮ੍ਰਿਤਪਾਲ ਦੀ ਧਰਮ ਪਤਨੀ ਨੇ ਜਿਹੜੇ ਕਿਰਨਦੀਪ ਕੌਰ ਆਈ ਥਿੰਕ ਉਹ ਵੀ ਪਿੱਛੇ ਜੇ ਬਾਹਰ ਜਾਣਾ ਚਾਹੁੰਦੇ ਸੀ ਲੇਕਿਨ ਦਿੱਲੀ 에ਅਰਪੋਰਟ ਤੋਂ ਉਹਨਾਂ ਨੂੰ ਫਲਾਈਟ 'ਚ ਬੈਠਣ ਨਹੀਂ ਦਿੱਤਾ ਗਿਆ ਕਿਵੇਂ ਦੇਖਦੇ ਹੋ ਮਤਲਬ ਕਿ ਇੱਕ ਪਾਸੇ ਪਤੀ ਜਿਹੜਾ ਹੈਗਾ ਜੇਲ੍ਹ 'ਚ ਹੈ ਤਾਂ ਉਹ ਬਾਹਰ ਕੀ ਕਰਨ ਜਾ ਰਹੇ ਸੀ ਬਾਹਰ ਦੇਖੋ ਜੀ ਉਹ ਸਾਡੇ ਤਾਂ ਸੁਣਨ ਚ ਇਹ ਆਇਆ ਵੀ ਉਹ ਕਹਿੰਦੇ ਜੀ ਖੰਡੇ ਦੇ ਸੰਸਕਾਰ 'ਚ ਸ਼ਾਮਿਲ ਹੋਣਾ ਸੀ ਜੀ ਠੀਕ ਹੈ ਨਾ ਮਤਲਬ ਕੋਈ ਨਾ ਕੋਈ ਨਾ ਕਨੈਕਸ਼ਨ ਸੀ ਕਨੈਕਸ਼ਨ ਹੈ ਤੂੰ ਆਪ ਮੰਨਣ ਦਾ ਕੋ- ਸਾਡਾ ਖੰਡਾ ਸਾਡੇ ਸੰਪਰਕ 'ਚ ਸੀ ਜੀ ਮਤਲਬ ਕਿਰਨਦੀਪ ਕੌਰ ਨੇ ਮੰਨਿਆ ਸਾਰਿਆਂ ਨੂੰ ਪਤਾ ਹੀ ਆ ਜੀ ਜੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਹੈਗੀਆਂ ਉਹ ਸਾਰੇ ਜਣੇ ਦੇ ਸੰਪਰਕ ਦੇ ਵਿੱਚ ਸੀ ਖੰਡੇ ਨੂੰ ਜਦੋਂ ਅੰਮ੍ਰਿਤਪਾਲ ਨੇ ਤੋਂ ਭੱਜਾ ਫਿਰਦਾ ਹੀ ਲੁਕਿਆ ਫਿਰਦਾ ਸੀ ਬਾਣੇ ਬਾਣ ਕਦੀ ਐਂ ਨੂੰ ਭੱਜ ਜਾਂਦਾ ਸੀ, ਕਦੀ ਆਉਂ ਨੂੰ ਭੱਜ ਜਾਂਦਾ ਸੀ। ਜੀ। ਪਹਿਲਾਂ ਸੂਰਮਾ ਬੜਿਆ ਸੀ ਤੇ ਮੈਂ ਇਹ ਕਰ ਦੂੰ ਮੈਂ ਫੜ ਫੜ ਕੇ ਮੈਂ ਨਾ ਇੱਕ ਸਪੀਚ ਸੁਣਦਾ ਸੀ, ਮੈਨੂੰ ਬੜਾ ਹਾਸਾ ਆਇਆ ਗੰਗਾ ਨਗਰ ਗਿਆ ਕਹਿੰਦਾ ਮੈਂ ਫੜ ਫੜ ਕੇ ਲਿਆਉਣੇ ਆ ਜੇ ਸ਼ਹੀਦੀ ਦਾ ਟਾਈਮ ਹੋਇਆ ਮੈਂ ਭੱਜਣ ਨਹੀਂ ਦਿੰਦਾ ਜੀ। ਤੇ ਆਪ ਸਭ ਤੋਂ ਪਹਿਲਾਂ ਜੀ। ਲੋਕਲ ਆਇਆ ਲੱਭਾ ਹੀ ਨਾ ਜੀ ਭੇਸ ਬਦਲੇ ਕੇਸ ਬਦਲ ਕੇ ਕਦੀ ਸਕੂਟਰੀ ਤੇ ਬਹਿ ਜਾ ਕਦੀ ਕਿਤੇ ਬਹਿ ਜਾ ਕਦੀ ਕਿਤੇ ਬਹਿ ਜਾ ਜਿਹੜੇ ਨੌਜਵਾਨ ਨਾਲ ਸੀ ਪੜਾ ਉਹਨਾਂ ਵਿਚਾਰਿਆਂ ਦੇ ਫਰਾਤ ਤਾਂ ਜੀ ਬਿਲਕੁਲ ਬਹੁਤ ਗ੍ਰਿਫਤਾਰੀਆਂ ਬਹੁਤ ਗ੍ਰਿਫਤਾਰੀਆਂ ਹੋਈਆਂ ਪੰਜਾਬ ਵਿੱਚ ਕਿਦਾਂ ਡਰ ਦਾ ਮਾਹੌਲ ਕਰਿਆ ਜੀ ਜੇ ਤੂੰ ਨਹੀਂ ਕੁਝ ਕੀਤਾ ਸਿੱਧੀ ਗ੍ਰਿਫਤਾਰੀ ਦੇ ਠੀਕ ਹੈ ਬਿਲਕੁਲ ਨਾ ਉਹ ਇੱਕ ਥਾਪੀਆਂ ਮਾਰਦਾ ਸੀ ਨਾਲ ਦੇ ਤੇਰੇ ਦੀ ਆਜਾ ਬਿੱਟੂ ਟਾਈਮ ਪਾਲਾ ਜੀ 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 ਉਹਨੂੰ ਪੱਠੇ ਬਣੇ ਵੱਢ ਹੋਏ ਉਹਦੇ ਕੋਲੋਂ ਜੀ, ਬਿਲਕੁਲ। ਉਦੋਂ ਕਹਿੰਦਾ ਸੀ ਮੈਨੂੰ ਗੱਡੀ ਅੰਮ੍ਰਿਤਪਾਲ ਨੇ ਲੈ ਕੇ ਦਿੱਤੀ ਹੁਣ ਉਹ ਗੱਡੀਆਂ ਹੀ ਵਾਪਸ ਮੁੜ ਗਏ ਇਹਨਾਂ ਨੇ ਜੀ। ਕਿਹੜਾ ਧੰਦਾ ਬਣਾਇਆ ਜ਼ਰੀਆ ਬਣਾ ਲਿਆ ਜਰੀਆ ਬਣਾ ਲਿਆ ਪੈਸੇ ਇਕੱਠੇ ਕਰਨ ਦਾ ਜੀ ਠੀਕ ਹੈ ਨਾ ਜੀ ਹੋਰ ਕੋਈ ਗੱਲ ਨਹੀਂ ਤੇ ਉਹ ਬੀਬੀ ਨੇ ਤੇ ਤਾਂ ਕਰਕੇ ਜਾਣਾ ਉੱਥੇ ਜੀ ਤੇ ਬਾਕੀ ਇਹ ਆ ਵੀ ਹੁਣ ਜ਼ਾਹਿਰ ਜੀ ਗੱਲ ਆ ਜਿਹੜੀ ਸਾਡੇ ਪੰਜਾਬ ਦੇ ਵਿੱਚ ਚਾਹੇ ਉਹ ਜਿਹੜੇ ਪੰਜਾਬ ਦੇ ਜੰਮਪਲ ਆ ਜੀ ਉਹਨਾਂ ਦਾ ਜੇ ਪਤੀ ਮੁਸੀਬਤ 'ਚ ਹੋਵੇ ਜੀ। ਜਾਂ ਕੋਈ ਹੋਵੇ ਤੇ ਉਹ ਘਰੋਂ ਪੈਰ ਨਹੀਂ ਪੁੱਟਦੀਆਂ ਜੀ। ਉਹ ਕਹਿੰਦੇ ਅਸੀਂ ਆਪਣਾ ਘਰ ਸੰਭਣਾ ਜੀ ਇਹਨਾਂ ਨੂੰ ਕੀ ਦਿੱਕਤ ਆਈ ਆ ਵੀ ਪਤੀ ਜੇਲ੍ਹ 'ਚ ਬੈਠਾ ਤੁਸੀਂ ਬਾਹਰ ਦੌੜ ਜਾਓ ਠੀਕ ਹੈ ਨਾ ਜੀ ਬਿਲਕੁਲ ਨਾਲੇ ਤਾਂ ਕਹਿੰਦੇ ਆ ਵੀ ਅਸੀਂ ਸਾਰਾ ਕੁਝ ਛੱਡ ਕੇ ਇੱਥੇ ਆ ਗਏ ਆ ਜੀ ਅਸੀਂ ਬਾਹਰ ਜਾਣਾ ਨਹੀਂ ਜੇ ਹੁਣ ਕਹਿਣਗੇ ਜੀ ਉਹ ਗ੍ਰੀਨ ਕਾਰਡ ਦਾ ਕਰਕੇ ਸਾਨੂੰ ਜਾਣਾ ਪੈਣਾ ਜੇ ਇਹ ਬੂਆ ਜੀ। ਫਿਰ ਪਹਿਲਾਂ ਕਿਉਂ ਕਿਹਾ ਸੀ ਵੀ ਮੈਂ ਇੱਥੇ ਰਹਿਣਾ ਮੈਂ ਜਾਣਾ ਨਹੀਂ ਮੈਂ ਇਹਦਾ ਸਾਥ ਦਊਂਗੀ ਜੀ ਬਿਲਕੁਲ ਉਹ ਤੇ ਸਿਰਫ ਜਦੋਂ ਡਿਬਰੂਗੜ੍ਹ ਮਿਲਣ ਜਾਂਦੇ ਆ ਜਦੋਂ ਉੱਥੇ ਪੱਤਰਕਾਰਾਂ ਦੇ ਮੂਹਰੇ ਮੈਚ ਕਰਦੇ ਆ ਵੀ ਦੱਸੋ ਮੈਡਮ ਜੀ ਕੁਝ ਕਹਿਣਾ ਚਾਹੁੰਦੇ ਉਦੋਂ ਕੁਝ ਨਹੀਂ ਕਹਿੰਦੇ ਉਹ ਘਰ ਆਣ ਕੇ ਸਲਾਹ ਕਰਦੇ ਆ ਵੀ ਕਿਹੜੀ ਗੱਲ ਕਿੱਦਾਂ ਡਿਵਰਟ ਕਰਨੀ ਜੀ 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 ਠੀਕ ਹੈ ਨਾ ਫਿਰ ਉਹ ਦਿੰਦੇ ਨੇ ਪਿੱਛੇ ਜੇ ਗੱਲ ਸਾਹਮਣੇ ਆਈ ਸੀ ਵੀ ਅੰਮ੍ਰਿਤਪਾਲ ਹੋਰਾਂ ਦੇ ਖਾਣੇ ਦੇ ਵਿੱਚ ਕੁਝ ਜਰਦਾ ਮਿਲਾਇਆ ਜਾਂਦਾ ਹੈ ਇਦਾਂ ਦੇ ਗੱਲ ਦੀ ਕੋਈ ਆਈਡੀਆ ਹੈ ਤੁਹਾਨੂੰ ਹੁੰਦਾ ਜੇਲ੍ਹਾਂ 'ਚ ਕੁਝ ਇਦਾਂ ਦਾ ਨਹੀਂ ਮੈਂ ਵੀ ਜੇਲ੍ਹ ਕੱਟੀ ਹੈ ਜੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਇਦਾਂ ਦਾ ਹੁੰਦਾ ਉੱਥੇ ਖਾਣਾ ਤਾਂ ਸਾਰਾ ਇੱਕੋ ਜਿਹਾ ਬਣਦਾ ਜੀ। ਬਾਕੀ ਇਹ ਆ ਵੀ ਉੱਥੇ ਵੀਆਈਪੀ ਟ੍ਰੀਟਮੈਂਟ ਭਾਲਦੇ ਆ ਜੀ ਠੀਕ ਹੈ ਨਾ ਜੀ? ਮਿਲਦਾ ਹੋਣਾ ਵੀਆਈਪੀ ਟ੍ਰੀਟਮੈਂਟ ਕੋਈ ਇਹ ਤੇ ਹੁਣ ਉਹਨਾਂ ਨੂੰ ਪਤਾ ਜੀ। ਜੀ ਜਿਹੜੇ ਹੁਣ ਇੱਥੇ ਰਾਤ ਨੂੰ 12 ਵਜੇ ਗੱਡੀਆਂ ਭਜਾਉਂਦੇ ਹੁੰਦੇ ਸੀ ਪੀਜੇ ਖਾਣ ਵਾਸਤੇ ਜੀ ਅੰਮ੍ਰਿਤਪਾਲ ਹੋਰੇ ਹਾਂਜੀ ਤੁਸੀਂ ਸਾਥੀ ਹਾਂ। ਕਰੀਬੀ ਰਹੇ ਹੋ ਤੁਹਾਨੂੰ ਜ਼ਿਆਦਾ ਹਾਂ ਪਤਾ ਹੈ ਇੱਥੇ ਖਾਲਸਾ ਵੀਰ ਸੀ ਕੁੱਕੜ ਬਜ਼ਾਰੀ ਜੀ ਇਹ ਇੱਥੇ ਲੰਗਰ ਛਕਿਆ ਤੇ ਅਸੀਂ ਤੇ ਸੌਂ ਗਏ ਉਹ 12 ਵਜੇ ਖੜਾਕਾ ਜਿਹਾ ਹੋਇਆ ਕੀ ਗੱਲ ਕਹਿੰਦੇ ਬੰਦੇ ਨੂੰ ਪੁੱਛਿਆ ਕਹਿੰਦੇ ਭਾਈ ਸਾਹਿਬ ਨੇ ਪੀਜ਼ਾ ਖਾਣਾ ਅੰਮ੍ਰਿਤਪਾਲ ਸਿੰਘ ਹਾਂ, ਨੇ, ਜੀ। ਭਾਈ ਸਾਹਿਬ ਨੇ ਪੀਜ਼ਾ ਖਾ ਕੇ ਹੀ ਸੌਣਾ ਤੇ ਅਸੀਂ ਕਹਿੰਦੇ ਪੀਜ਼ਾ ਲੈਣ ਚੱਲੇ ਆ 12 ਵਜੇ ਅਨੰਦਪੁਰ ਸਾਹਿਬ ਨੀਵਾ ਕਰਤਾ ਉਹਨਾਂ ਨੇ ਹੂੰ ਠੀਕ ਆ ਜੀ 12 ਵਜੇ ਪਤਾ ਨਹੀਂ ਕਿਹਨੂੰ ਉਠਾ ਲਿਆ ਕਿਹਨੂੰ ਨਹੀਂ ਪੀਜ਼ੇ ਬਣਾ ਕੇ ਲਿਆਂਦੇ 14 ਪੀਜ਼ੇ ਅੱਛਾ ਫਿਰ ਉਹ ਖਾਦੇ ਫਿਰ ਉਹ ਸੁੱਤੇ ਫਿਰ ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜਾ ਸੱਚਾ ਸਿੱਖ ਆ ਉਹ ਅੰਮ੍ਰਿਤ ਵੇਲਾ ਸਾਂਭਦਾ ਜੀ। ਮੈਂ ਤੇ ਕਦੀ ਨਹੀਂ ਖਾਲਸਾ ਵੀਰ ਚ ਅੰਮ੍ਰਿਤਪਾਲ ਨੂੰ ਅੰਮ੍ਰਿਤ ਵੇਲੇ ਸਾਂਭਦਾ ਵੇਖਿਆ 10 ਕੁ ਅੱਖਾਂ ਜੀਆਂ ਮਲਦਾ ਉੱਠਦਾ ਹੁੰਦਾ ਸੀ ਜੀ 12 ਕੁ ਅਰਦਾਸ ਕਰਕੇ ਤੁਰ ਪਾਉਣਾ ਬਹੁਤ ਸਾਰੇ ਲੋਕੀ ਇਸੇ ਗੱਲੋਂ ਟੁੱਟੇ ਵੀ ਭਾਈ ਚਲੋ ਠੀਕ ਹੈ ਤੁਸੀਂ ਤੁਹਾਡਾ 10 ਵਜੇ ਪ੍ਰੋਗਰਾਮ ਖਤਮ ਹੋ ਗਿਆ ਜੀ। ਤੁਸੀਂ ਸੌ ਜਾਓ ਤੜਕੇ ਅੰਮ੍ਰਿਤ ਵੇਲਾ ਸਾਂਭੋ ਜੀ ਐਨੂੰ ਕਾਇਮ ਕੁਮ ਜਾ ਹੋ ਕੇ ਜੀ। 11 ਕੁ ਵਜੇ ਉੱਠ ਪਾਣਾ ਨਾਲ ਦੇ ਵੀ ਕਾਇਮ ਹੋ ਜਾਣੇ ਆ ਠੀਕ ਆ ਹੋ ਕੇ ਤੇ ਬਸ ਕਦੀ ਉੱਥੇ ਕਿਸੇ ਬੁੜੀ ਨੂੰ ਕੁੱਟ ਕਦੀ ਉੱਥੇ ਕਿਸੇ ਜਵਾਕ ਨੂੰ ਫੰਡ ਦੇ ਜੀ। ਭਰਤਗੜ੍ਹ ਇਹਨਾਂ ਨੇ ਇੱਕ ਮੁੰਡਾ ਕੋਲ ਸਿੱਟਿਆ
ਉਹ ਲੁਧਿਆਣੇ ਦਾ ਸੀ ਜੀ। ਉਹਨੂੰ ਅਸੀਂ ਜਾ ਕੇ ਮਿਲੇ ਵੀ ਆ, ਮੈਂ ਜੋ ਨਾਲ ਜੋ ਰਿਹਾ ਮੈਨੂੰ ਪਤਾ ਹਾਂ ਤੁਸੀਂ ਸਾਥੀ ਰਹੇ ਹੋ, ਤੁਹਾਨੂੰ ਜ਼ਿਆਦਾ ਪਤਾ ਹੋਏਗਾ ਕਿਉਂਕਿ ਇਹ ਗੱਲਾਂ ਜਿਹੜੀਆਂ ਬਾਬਾ ਕੁਲਜੀਤ ਸਿੰਘ ਦੱਸ ਰਹੇ ਨੇ ਇਹ ਗੱਲਾਂ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਜਲਦੀ ਕਿਉਂਕਿ ਇਹ ਗੱਲਾਂ ਉਹਨੂੰ ਪਤਾ ਹੋਣਗੀਆਂ ਜਿਹੜੀਆਂ ਨਾਲ ਰਿਹਾ ਹੋਏਗਾ। ਜੇ ਕਿਸੇ ਜੀ ਜਿਹੜਾ ਬੰਦਾ ਕੋਸੇ ਮਾੜਾ ਜੀ ਵੀ ਟੁੰਪਾਇਆ ਕਰਦਾ ਹੈ ਨਾ ਉਹਦੀ ਉਹ ਫੈਂਟੀ ਲਾਉਂਦੇ ਜਿਹੜਾ ਰਹੇ ਰੱਬ ਦਾ ਨੇ ਜੀ, ਠੀਕ ਹੈ ਨਾ, ਤੇ ਖਾਲਸੇ ਦਾ ਇਹ ਕੰਮ ਨਹੀਂ ਹੁੰਦਾ, ਠੀਕ ਹੈ ਨਾ ਜੀ ਬਿਲਕੁਲ। ਤਾਂ ਆਖਰੀ ਸਵਾਲ ਆਪਣੀ ਡਿਸਕਸ਼ਨ ਨੂੰ ਥੋੜਾ ਕੰਕਲੂਡ ਕਰਦੇ ਹਾਂ ਹੁਣ ਆਪਾਂ। ਆਖਰੀ ਸਵਾਲ ਲੈਂਦੇ ਹਾਂ, ਪਿੱਛੇ ਜੇ ਪਰਮਿੰਦਰ ਝੋਟਾ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਲਜ਼ਾਮ ਇਹ ਸੀਗਾ ਕਿ ਉਹਨਾਂ ਵੱਲੋਂ ਜਿਹੜਾ ਨਸ਼ਾ ਬੰਦ ਕਰਾਉਣ ਨੂੰ ਲੈ ਕੇ ਮੈਡੀਕਲ ਸਟੋਰ ਤੇ ਦਾਦਾਗਿਰੀ ਕੀਤੀ ਜਾ ਰਹੀ ਸੀ, ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ? ਤੁਹਾਡੇ ਕੋਲ ਕੋਈ ਅਥਾਰਟੀ ਹੈ ਕਿ ਇਹਦਾ ਮੈਡੀਕਲ ਬੰਦ ਕਰਾ ਦੂਗੇ? ਜੀ, ਪਰ ਉਹ ਕਹਿੰਦੇ ਅਸੀਂ ਨਸ਼ਾ ਨਹੀਂ ਵਿਕਣ ਦੇਣਾ, ਸਾਡਾ ਪੰਜਾਬ ਡੋਪ ਟੈਸਟ ਤੋਂ ਨਿਕਲਿਆ ਸਾਰਾ ਕੁਝ ਉਹਦਾ ਜੀ। ਕੀ ਉਹਦਾ ਡੋਪ ਟੈਸਟ ਜਿਹੜਾ ਆਇਆ ਤੁਸੀਂ ਉਹਨੂੰ ਸਹੀ ਮੰਨਦੇ? ਡੋਪ ਟੈਸਟ ਪੋਜ਼ਿਟਿਵ ਆਣਾ ਸਹੀ ਹੈ? ਸਰਕਾਰੀ ਕਾਗਜ਼ ਕਦੀ ਝੂਠ ਨਹੀਂ ਬੋਲ ਸਕਦਾ ਜੀ। ਜੀ ਬਿਲਕੁਲ, ਸਰਕਾਰੀ ਡਾਕਟਰ ਨੂੰ ਪਤਾ ਮੇਰੀ ਨੌਕਰੀ ਜਾਣੀ ਆ ਜੀ, ਉਹ ਵੀ ਐਡਾ ਹਾਈਲਾਈਟਡ ਹਾਈ ਪ੍ਰੋਫਾਈਲ ਕੇਸ ਹੋ ਗਿਆ। ਤੁਸੀਂ ਮੈਂ ਕਹਿੰਦਾ ਵੀ ਕਿਸੇ ਦਾ ਮੈਨੂੰ ਦਿਖਾ ਲਓ, ਜਾਂ ਜਿਹੜਾ ਬੰਦਾ ਨਹੀਂ ਨਸ਼ਾ ਕਰਦਾ ਉਹਦਾ ਬਣਾ ਕੇ ਦਿਖਾ ਦਿਓ, ਕਦੀ ਵੀ ਨਹੀਂ ਬਣਾਉਣਗੇ ਜੀ। ਇਹ ਗਲਤ ਗੱਲ ਆ। ਕਿਵੇਂ ਦੇਖਦੇ ਹੋ ਪਰਮਿੰਦਰ ਝੋਟਾ ਦੀ ਆਇਡੈਂਟੀਟੀ ਨੂੰ, ਕਿਵੇਂ ਦੇਖਦੇ ਹੋ? ਦੇਖੋ ਜੀ ਉਹਦੇ ਕੋਲ ਕੋਈ ਅਥਾਰਟੀ ਨਹੀਂ ਜੀ, ਠੀਕ ਆ ਜੀ, ਉਹ ਤਾਂ ਹਿੱਸਾ ਮੰਗਦਾ ਹੋਊਗਾ ਜੀ ਵੀ ਭਾਈ ਮੈਨੂੰ ਦੇ ਦਿਓ ਜੇ ਕੰਮ ਚਲਾਉਣਾ ਤੇ, ਠੀਕ ਹੈ ਨਾ ਜੀ। ਇੰਨੀਆਂ ਰਿਕਵਰੀਆਂ ਹੋਣ ਰਹੀਆਂ, ਜੇ ਆ ਪਿੱਛੇ ਜੇ ਤੇਜਵੀਰ ਸਿੰਘ ਗਿੱਲ ਫੜ ਹੋਇਆ ਜੀ, ਠੀਕ ਹੈ ਨਾ, ਕਾਊਂਟਰ ਇੰਟੈਲੀਜੈਂਸੀ ਨੇ ਉੱਤੇ ਕਾਰਵਾਈ ਕੀਤੀ 110 ਗ੍ਰਾਮ ਦੀ, ਜੇ ਉਹਨੂੰ ਫੜ ਸਕਦੇ ਕਿ ਲੀਡਰ ਨੂੰ ਫੜ ਸਕਦੇ ਤੇ ਉਹ ਬਾਕੀਆਂ ਨੂੰ ਨਹੀਂ ਫੜ ਸਕਦੇ। ਤੇ ਜਿਹੜੇ ਬਾਕੀ ਆંકੜੇ ਕਿੱਥੇ ਜਾਂਦੇ ਆ? ਜੇ ਪੰਜਾਬ ਪੁਲਿਸ ਕੁਝ ਉਹ ਝੋਟਾ ਕਹਿੰਦਾ ਪੰਜਾਬ ਪੁਲਿਸ ਫੜਦੀ ਨਹੀਂ, ਤੇ ਜਿਹੜੀਆਂ ਖੇਪਾਂ ਫੜ ਹੁੰਦੀਆਂ ਜੀ ਰੋਜ਼ਾਨਾ ਆਪਾਂ ਦੇਖਦੇ ਆ ਪੰਜਾਬ ਪੁਲਿਸ ਵਧੀਆ ਕੰਮ ਨਿਭਾ ਰਹੀ ਹੈ ਆਪਣਾ, ਨਸ਼ਿਆਂ ਤੇ ਠੱਲ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਦੇਖੋ ਮੇਰੀ ਗੱਲ ਸੁਣੋ, ਯਕਦਮ ਜੇ ਆਪਾਂ ਕਹੀਏ ਯਕਦਮ ਨਸ਼ਾ ਨਹੀਂ ਬੰਦ ਹੋ ਸਕਦਾ, ਉਹਦਾ ਕੋਈ ਨਾ ਕੋਈ ਅਲਟਰਨੇਟਿਵ ਹੱਲ ਲੱਭਣਾ ਪਊਗਾ ਜੀ, ਸਿਆਣੀ ਗੱਲ ਹੈ, ਠੀਕ ਹੈ ਨਾ ਜੀ। ਯਕਦਮ ਹੁਣ ਜੇ ਬੰਦਾ ਬੁਖਾਰ ਦੀ ਮੈਡੀਸਿਨ ਖਾਂਦਾ ਨਾ ਤਾਂ ਵੀ ਯਕਦਮ ਉਹਦੇ ਕੋਲੋਂ ਨਹੀਂ ਛੱਡੀ ਜਾਂਦੀ। ਜੀ ਓਵਰਨਾਈਟ 1-2 ਦਿਨ ਲੱਗਦੇ ਆ ਜੀ, ਬਿਲਕੁਲ। ਮੈਡੀਕਲ ਸੈਂਟਰ ਹੈਗੇ ਆ, ਬੰਦੇ ਨੂੰ ਉੱਥੇ ਐਡਮਿਟ ਕਰ ਦੋ। ਇਹ ਥੋੜਾ ਵੀ ਤੁਸੀਂ ਜਾ ਕੇ ਅਗਲੇ ਮੈਡੀਕਲ ਇਹਦੇ ਪੇਰ ਨੂੰ ਕੋਈ ਜੁੱਤੀਆਂ ਦਾ ਹਾਰ ਪਾ ਕੇ ਘੁਮਾਵੇ ਜੀ, ਠੀਕ ਹੈ, ਉਹਦੀ ਸਮਾਜ 'ਚ ਕੀ ਰਹਿ ਜਾਂਦੀ ਹੈ? ਜੇ ਬਾਈ ਚਾਂਸ ਉਹ ਬੰਦਾ ਸੁਸਾਈਡ ਕਰ ਜਾਵੇ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਜਿਹਨੂੰ ਇਹਨਾਂ ਸਮਾਜ ਦੇ ਵਿੱਚ ਜਲੀਲ, ਇਹ ਤਾਂ ਫਿਰ ਇੱਕ ਗੁੰਡਾ ਰਾਜ ਹੋ ਗਿਆ ਜੀ ਵੀ ਤੂੰ ਆ ਗਲਤ ਕੰਮ ਕੀਤਾ, ਫਿਰ ਸਾਰੇ ਫੈਸਲੇ ਝੋਟਾ ਹੀ ਕਰੂਗਾ, ਪੰਜਾਬ ਪੁਲਿਸ ਦਾ ਕੋਈ ਕੰਮ ਨਹੀਂ ਜੀ, ਬਿਲਕੁਲ, ਠੀਕ ਹੈ ਨਾ। ਕੱਲ ਨੂੰ ਕੋਈ ਬੰਦਾ ਕੋਈ ਬੀੜੀ ਪੀਂਦਾ ਹੈ, ਕਹੂਗਾ ਤੂੰ ਬੀੜੀ ਕਿਉਂ ਪੀਂਦਾ ਵੇ, ਉਹਦੇ ਸਿਰ 'ਚ ਛਿੱਤਰਾਂ ਦਾ ਹਾਰ ਪਾ ਕੇ ਉਹਨੂੰ ਘੁਮਾ ਦਊਗਾ ਜੀ। ਮੈਂ ਨਹੀਂ ਇਸ ਗੱਲ ਨੂੰ ਕੰਮ ਕਰਦਾ, ਪੰਜਾਬ ਪੁਲਿਸ ਆਪਣਾ ਕੰਮ ਕਰਦੀ ਆ, ਉਹਨੂੰ ਕੰਮ ਕਰ ਲੈਣ ਦੇਣਾ ਚਾਹੀਦਾ। ਹੁਣ ਵੀ ਤਾਂ ਟਿਕ ਕੇ ਬੈਠਾ ਹੀ ਆ, ਜੇ ਪਹਿਲਾਂ ਹੀ ਵਜ੍ਹਾ ਜਾਂਦਾ ਉਹ ਵੀ ਸਿਰਫ ਆਪ ਤੇ ਉਹ ਅੱਛਾ ਨਾਂ ਕਿੱਦਾਂ ਰੱਖਿਆ ਪਰਮਿੰਦਰ ਝੋਟਾ ਜੀ, ਸਿਰਫ ਇੱਕ ਫੇਸਬੁੱਕ ਤੇ ਮਸ਼ਹੂਰ ਹੋਣ ਵਾਸਤੇ ਜੀ, ਠੀਕ ਹੈ ਨਾ। ਜਿਹੜੀ ਉਹਨਾਂ ਦੇ ਨਾਲ ਆ 5-4 ਤੁਰੇ ਫਿਰਦੇ ਆ ਗੈਂਗ ਜੀ, ਉਹ ਤੇ ਸੀਚੇਵਾਲ ਸਾਹਿਬ ਨੂੰ ਵੀ ਕਹਿੰਦੇ ਸੀ ਸੀਚੇਵਾਲ ਬੋਰੀ ਚੱਕੀ ਫਿਰਦਾ ਜੀ, ਠੀਕ ਹੈ ਨਾ। ਉਹਨੇ ਬੋਰੀਆਂ ਨਾਲ 300 ਫੁੱਟ ਦਾ ਬੰਨ ਲਾਤਾ। ਤੁਸੀਂ ਕੀ ਕੀਤਾ? ਸੀਚੇਵਾਲ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ, ਬਿਲਕੁਲ। ਤੁਸੀਂ ਕੀ ਕੀਤਾ? ਤੁਸੀਂ ਤਾਂ ਸਿਰਫ ਫੇਸਬੁੱਕ ਦਾ ਜਿਹੜੇ ਗੱਲਾਂ ਕਰਦੇ ਆ ਉਹ ਕਹਿੰਦੇ ਉਹ ਆਪ ਗਨਮੈਨ ਲਈ ਫਿਰਦੇ ਆ, ਤੁਹਾਨੂੰ ਪ੍ਰੂਫ ਦੇਵਾਂਗੇ ਤਾਂ ਕਿਸ ਨਾਲ ਯਾਰ ਕੇ ਪੰਜਾਬ ਦੀ ਕਰਦੇ ਆ ਗਨਮੈਨ ਉਹਦੇ ਕੋਲ ਵੀ ਆ। ਇਹ ਕਿਉਂ ਕਿ ਗਨਮੈਨਾਂ ਦੀ ਲੋੜ ਕਿਉਂ ਪਈ? ਲੱਖਾ ਸਿਧਾਣਾ ਕਿਉਂ ਲੋੜ ਆ ਭਾਈ? ਜਦੋਂ ਸਾਰਾ ਕੁਝ ਮਿਲ ਕੇ ਤੁਸੀਂ ਲੱਖਾ ਸਿਧਾਣਾ ਦੀ ਗੱਲ ਕੀਤੀ, ਉਹਨੇ ਜ਼ਿਕਰ ਕੀਤਾ, ਤਾਂ ਮੈਂ ਗੱਲ ਕਰਨਾ ਚਾਹੂੰਗਾ ਤੁਸੀਂ ਲੱਖਾ ਸਿਧਾਣਾ ਦੀ ਇਸ ਵੇਲੇ ਅੱਜ ਕੱਲ ਜੋ ਕਾਰਗੁਜ਼ਾਰੀ ਚੱਲਦੀ ਹੈ ਉਹਦੀ ਆਇਡੈਂਟੀਟੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੇ ਬੜੇ ਤੰਜ ਕੱਸ ਰਹੇ ਲੱਖਾ ਸਿਧਾਣਾ, ਸਾਰਾ ਕੁਝ ਮਿਲ ਕੇ ਹੀ ਕਰ ਰਿਹਾ। ਉਹ ਕਿਹਦੇ ਨਾਲ? ਸਰਕਾਰ ਨਾਲ ਸਾਰਾ ਕੁਝ ਹੀ। ਉਹਨਾਂ ਨੂੰ ਸਿਰਫ ਬੋਲਣ ਦਾ ਹੀ ਕੰਮ ਆ, ਹੋਰ ਕੋਈ ਕੰਮ ਨਹੀਂ। ਕੋਈ ਗਰਾਊਂਡ ਲੈਵਲ ਤੇ ਤਾਂ ਕੰਮ ਦਿਖਾ ਦਿਓ। ਪਹਿਲਾਂ ਤਾਂ ਕਹਿੰਦਾ ਸੀ ਪਾਣੀ ਅਸੀਂ ਜਾਣ ਨਹੀਂ ਦੇਣਾ, ਫਿਰ ਖੁਲਾਉਂਦਾ ਗੇਟ, ਫਿਰ ਜਾਣ ਦਿੰਦਾ ਰਾਜਸਥਾਨ ਨੂੰ ਜੀ। ਗਨਮੈਨ ਕੌਣ ਲੈਂਦਾ? ਜਿਹੜਾ ਸਰਕਾਰੀ ਬੰਦਾ ਹੋਵੇ ਜੀ। ਫਿਰ ਲੱਖੇ ਸਿਧਾਣੇ ਕੋ ਗਨਮੈਨ ਕਿੱਥੋਂ ਆ ਗਿਆ? ਹੋ ਸਕਦਾ ਕੋਈ ਲਾਈਫ ਨੂੰ ਥ੍ਰੈਟ ਹੋਵੇ। ਕਾਹਦੀ ਥ੍ਰੈਟ ਉਹਨੂੰ? ਉਹ ਵੀ ਕਰਦਾ ਉਹ ਤਾਂ ਹੁਣ ਜਿਹਨੇ ਪੁਲਿਸ ਨੇ ਜਾਂ ਇੰਟੈਲੀਜੈਂਸ ਨੇ ਜਿਸਨੇ ਦਿੱਤੇ ਉਹ ਦੱਸ ਜਵਾਬ ਦੇ ਸਕਦਾ ਇਸ ਚੀਜ਼ ਦਾ। ਕੋਈ ਸਿੱਖ ਲੀਡਰ ਜੀ ਕਿਸੇ ਧਰਮ ਦੀ ਗੱਲ ਕਰਦਾ ਜੀ? ਨਹੀਂ। ਤੇ ਫਿਰ ਕਿਸੋ ਉਹਦੇ ਆਪ ਗੈਂਗਸਟਰ ਰਿਹਾ ਜੀ, ਤੇ ਗੈਂਗਸਟਰ ਨੂੰ ਗੈਂਗਸਟਰਾਂ ਦਾ ਖਤਰਾ ਹੁੰਦਾ ਜੀ। ਮੈਂ ਤਾਂ ਵਿਭਾਗ ਕਹੂੰਗਾ, ਠੀਕ ਹੈ ਨਾ ਜੀ। ਉਦੋਂ ਵੀ ਉਹ ਦਰਬਾਰ ਸਾਹਿਬ ਤੇ ਬੋਲਿਆ ਸੀ ਜੀ, ਉਦੋਂ ਵੀ ਉਹਨੂੰ ਤਾੜਨਾ ਕੀਤੀ ਸੀ ਵੀ ਤੈਨੂੰ ਨਹੀਂ ਪਤਾ ਕਿਸੇ ਗੱਲ ਦਾ, ਨਾ ਤੇਰੇ ਸਿਰ ਤੇ ਮੂੰਹ ਤੇ ਦਾੜੀ ਨਾ ਮੁੱਛ, ਦਰਬਾਰ ਸਾਹਿਬ ਦੇ ਉੱਤੇ ਕਟਾਕਸ਼ ਕਰਦਾ ਜੀ। ਆਹ ਤਾਂ ਜਦੋਂ ਅਸੀਂ ਫੋਟੋਆਂ ਵੇਖੀਆਂ ਨਾ, ਉਹ ਕਹਿੰਦੇ ਬਾਬਾ ਜੀ ਆਹ ਗਨਮੈਨ ਕਾਹਦੇ? ਮੈਂ ਗਨਮੈਨ ਦੇਖ ਲਓ। ਅੱਛਾ ਜਦੋਂ ਕੋਈ ਫੋਟੋ ਖਿੱਚਦਾ ਸੁਣ ਲਿਓ ਗੱਲ ਜੀ, ਫੋਟੋ ਨਹੀਂ ਖਿੱਚਣ ਦਿੰਦੇ, ਫਿਰ ਕਹਿੰਦੇ ਪਾਇਓ ਨਾ ਕਿਤੇ। ਅੱਛਾ ਲੱਖਾ ਸਿਧਾਣਾ ਦਾ ਪਾਇਓ ਨਾ। ਕਿਸ ਗੱਲ ਦਾ ਡਰ ਹੈ ਲੱਖਾ ਸਿਧਾਣਾ ਨੂੰ? ਪਤਾ ਲੱਗ ਜਾਣਾ ਲੋਕਾਂ ਨੂੰ ਗਨਮੈਨ ਹੈ। ਉਹ ਤਾਂ ਜੇ ਰਿਕਾਰਡ 'ਚ ਵੀ ਹੋਣਗੇ, ਜੇ ਗਨਮੈਨ ਨੇ ਤਾਂ ਰਿਕਾਰਡ 'ਚ ਨਿਕਲੇ ਹੋਣੇ ਆ। ਉਹ ਆਮ ਲੋਕੀ ਨਹੀਂ ਨਾ ਜਾਂਦੇ ਇੰਨੀ ਗੱਲ ਪਿੱਛੇ ਜੀ, ਬਿਲਕੁਲ ਆਮ ਲੋਕਾਂ ਨੂੰ ਨਹੀਂ ਪਤਾ। ਉਹ ਇੱਕ ਮੈਂ ਫੋਟੋ 'ਚ ਪਿੱਛੇ ਜੇ ਦੇਖੀ ਸੀ, ਬੂਟੇ ਨੂੰ ਪਾਣੀ ਪਾਉਣ ਡਿਆ ਤੇ ਲਾਗੇ ਉਹਦੇ ਗਨਮੈਨ ਖਲੋਤਾ, ਉਹਦੇ ਕੋਈ AK-47 ਜੀ, ਉਹਨੇ ਸਿਵਲ ਵਰਦੀ ਪਾਈ। ਮੈਂ ਕਿਹਾ ਯਾਰ ਵੀ AK-47 ਦਾ ਲਾਇਸੈਂਸ ਬਣ ਗਿਆ ਹੋਊਗਾ? ਨਹੀਂ ਬਣ ਸਕਦਾ। ਬਾਅਦ ਜਦੋਂ ਪਤਾ ਕੀਤਾ ਵਾਕਈ ਗਨਮੈਨ ਹੈਗੇ। ਫਿਰ ਜੇ ਲੱਖਾ ਸਿਧਾਣਾ ਐਡਾ ਸਮਾਜ ਹਿੱਤ ਦਾ, ਤੇ ਉਹਨੂੰ ਤਾਂ ਕੋਈ ਦੁਸ਼ਮਣ ਦੀ, ਜਿਹੜਾ ਸਮਾਜ ਸੇਵੀ ਹੁੰਦਾ ਉਹ ਤਾਂ ਦੁਸ਼ਮਣ ਦੀ ਲੋੜ ਹੀ ਨਹੀਂ, ਗਨਮੈਨ ਦੀ ਲੋੜ ਹੀ ਨਹੀਂ। ਆ ਮਨਜੋਤ ਸਿੰਘ ਤਲਵੰਡੀ ਵਾਲਾ, ਉਹਦੇ ਕੋਲ ਕੀ ਗਨਮੈਨ ਹੈ ਦੱਸੋ?
ਠੀਕ ਹੈ ਹੋਰ ਬਹੁਤ ਸਮਾਜ ਸੇਵੀ ਆ ਪਾਲ ਖਰੋੜੇ ਵਾਲੇ ਉਹਦੇ ਕੋਲ ਕਿੰਨੇ ਗਨਮੈਨ ਬਿਲਕੁਲ ਠੀਕ ਹੈ ਨਾ ਜਿਨ੍ਹਾਂ ਨੇ ਸਮਾਜ ਸੇਵਾ ਕਰਨੀ ਉਹਨਾਂ ਬਾਬਾ ਸੀਚੇਵਾਲ ਸਿੰਘ ਤੋਂ ਕਿੰਨੇ ਗਨਮੈਨ ਆ ਕਿ ਇਕੱਲੇ ਤੁਰੇ ਫਿਰਦੇ ਟਰੈਕਟਰ ਵੀ ਆਪ ਚਲਾਈ ਜਾਂਦੇ ਬਿਲਕੁਲ ਐਮਪੀ ਨੇ ਪਰ ਬਹੁਤ ਉਹਨਾਂ ਦਾ ਵਧੀਆ ਕਾਰਗੁਜ਼ਾਰੀ ਦੇਖਣ ਨੂੰ ਤੇ ਗਨਮੈਨ ਦੀ ਲੋੜ ਕਿਹਨੂੰ ਪੈਂਦੀ ਹੈ ਜੀ ਬਿਲਕੁਲ ਜਿਹੜਾ ਕੋਈ ਕਰਦਾ ਹੋਵੇ ਬਿਲਕੁਲ ਉਹਨਾਂ ਦਾ ਘਰ ਵੇਖ ਲਿਆ ਤੁਸੀਂ ਜਾ ਕੇ ਕਿਲੇ ਨਵਾਂ ਲੱਖਾ ਸਦਾਨਾ ਹਾਂਜੀ ਲੱਖਾ ਕਿਲੇ ਨਵਾਂ ਅੱਛਾ ਉਹ ਰੋਜ਼ ਕਹਿੰਦਾ ਪੰਜਾਬੀ ਬੋਲੀ ਦੀ ਮਾਂ ਸੇਵਾ ਕਰਦਾ ਮੈਂ ਆਪ ਬੱਚੇ ਦੇ ਗਵਰਨਮੈਂਟ ਸਕੂਲ ਚ ਪੜ੍ਹਦੇ ਆ ਅੱਛਾ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਸਾਰਿਆਂ ਦੀ ਜਾਣਕਾਰੀ ਹੈ ਓਕੇ ਇਹ ਫੈਕਟ ਹੈ ਕਿ ਲੱਖਾ ਸਦਾਨਾ ਖੁਦ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਦਾ ਤੇ ਆਪਣੇ ਬੱਚੇ ਕਨਵੈਂਟ ਸਕੂਲ ਚ ਪੜਾਉਂਦਾ ਉਹਨੂੰ ਇਹ ਦੱਸੋ ਵੀ ਦਿੱਲੀ ਦੇ ਲਾਲ ਕਿਲੇ ਦੇ ਪਰਚਾ ਹੋ ਗਿਆ ਦੀਪ ਸਿੱਧੂ ਦੇ ਵਿਚਾਰਾ ਪੂਰਾ ਹੋ ਗਿਆ ਜੀ ਉਹ ਪਰਚੇ ਦਾ ਮੁੜ ਕੇ ਨਾਮੋ ਨਿਸ਼ਾਨ ਹੀ ਨਹੀਂ ਕਿੱਥੇ ਵੜ ਗਿਆ ਜੀ ਬਿਲਕੁਲ ਠੀਕ ਹੈ ਨਾ ਇਹ ਗੱਲਾਂ ਸੋਚਣ ਵਾਲੀਆਂ ਆਮ ਲੋਕਾਂ ਨੂੰ ਬੇਨਤੀ ਹੈ ਵੀ ਸੋਚੋ ਜੀ ਬਿਲਕੁਲ ਤਾਂ ਇਸੀ ਗੱਲ ਤੇ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈਣੇ ਆ ਫਿਰ ਵਿਦਾ ਲਾਂਗੇ ਆਪਣੇ ਦਰਸ਼ਕਾਂ ਤੋਂ ਸਿੱਧੂ ਮੂਸੇਵਾਲਾ ਨੂੰ ਲੋਕ ਬਹੁਤ ਪਿਆਰ ਕਰਦੇ ਸੀ ਅੱਜ ਵੀ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ ਸਿੱਧੂ ਮੂਸੇਵਾਲੇ ਦੇ ਮਾਪੇ ਜਿਹੜੇ ਨੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਸੰਘਰਸ਼ ਨੂੰ ਦੇਖੋ ਜੀ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਨਾ ਬਹੁਤ ਮਾੜਾ ਕੀਤਾ ਜੀ ਉਹ ਮੁੰਡਾ ਜ਼ਮੀਨ ਤੋਂ ਉੱਠ ਕੇ ਜੀ ਉਹਨੇ ਜਿਹੜੀ ਬੁਲੰਦੀ ਛੂਈ ਆ ਜੀ ਚਲੋ ਜਿਹੜਾ ਵੀ ਉਹ ਜਿੰਨੇ ਵੀ ਉਹ ਦੋਸ਼ੀਆਂ ਨੂੰ ਜਿਹੜੀ ਉਹ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਚਲੋ ਜਿਨ੍ਹਾਂ ਦਾ ਪੁੱਤ ਚਲੇਗਾ ਵਾਪਸ ਤੇ ਆਉਣਾ ਹੀ ਨਹੀਂ ਜੀ ਹੁਣ ਜਿਨ੍ਹਾਂ ਦਾ ਚਲੇ ਜਾਂਦਾ ਪਤਾ ਤੇ ਉਹਨਾਂ ਨੂੰ ਆ ਜੀ ਬਿਲਕੁਲ ਬੀਤੀ ਤਾਂ ਉਹਨਾਂ ਤੇ ਬੀਤੀ ਤੇ ਉਹਨਾਂ ਤੇ ਆ ਹੁਣ ਉਹਨੇ ਐਡਾ ਵੱਡਾ ਆਪਣਾ ਸਾਮਰਾਜ ਕਾਰੋਬਾਰ ਜੇ ਪੈਸੇ ਨੂੰ ਵੀ ਕੀ ਕਰਨਗੇ ਉਹਦੇ ਆਪ ਕਹਿੰਦੇ ਸਾਡੇ ਕੋਲੋਂ ਲੈ ਲਓ ਸਾਡੇ ਪੁੱਤ ਨੂੰ ਇਨਸਾਫ ਦੇ ਦਿਓ ਤੇ ਗਵਰਨਮੈਂਟ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਉਹਨਾਂ ਨੂੰ ਇਨਸਾਫ ਦੇਣ ਬਾਕੀ ਜਿਹੜਾ ਇਹ ਬਹੁਤ ਮੰਦਭਾਗੀ ਕਰਨਾ ਇਦਾਂ ਹੋਣੀ ਨਹੀਂ ਚਾਹੀਦੀ ਚਾਹੇ ਕੋਈ ਵੀ ਆ ਚਾਹੇ ਸਾਡਾ ਵੀ ਕੱਟੜ ਵਿਰੋਧੀ ਆ ਜੀ ਆ ਖੂਨ ਖਰਾਬੇ ਵਾਲੇ ਕੰਮ ਦੇ ਵਿੱਚ ਨਹੀਂ ਜੇ ਕੋਈ ਕਿਸੇ ਨੇ ਕੀਤਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਦਿਓ ਤੁਹਾਡਾ ਕੱਟੜ ਵਿਰੋਧੀ ਕਿਵੇਂ ਹੋਇਆ ਸਿੱਧੂ ਮੂਸੇਵਾਲਾ ਨਹੀਂ ਮੈਂ ਕਹਿੰਦਾ ਚਾਹੇ ਸਾਡਾ ਕੋ ਕੱਟੜ ਵਿਰੋਧੀ ਕੋਈ ਵੀ ਹੋਵੇ ਠੀਕ ਹੈ ਨਾ ਉਹਨੂੰ ਆ ਖੂਨ ਖਰਾਬੇ ਵਾਲੇ ਕੰਮ ਤੇ ਨਹੀਂ ਮੈਂ ਨਹੀਂ ਇਸ ਗੱਲ ਨੂੰ ਚੰਗਾ ਲੱਗਦਾ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਦਿਓ ਜੀ ਬਿਲਕੁਲ ਮਾਤਾ ਪਿਤਾ ਦੇ ਅੱਜ ਬੋਲ ਜਦੋਂ ਵੀ ਸੁਣਦੇ ਆ ਮਨ 'ਚ ਕੋਈ ਖਿਆਲ ਆਉਂਦਾ ਸਿੱਧੂ ਮੂਸੇਵਾਲੇ ਦੇ ਖਿਆਲ ਤੇ ਇਹੀ ਆ ਜੀ ਵੀ ਉਹ ਮਾਂ ਬਾਪ ਦੇ ਦਿਲ ਤੇ ਕੀ ਬੀਤਦੀ ਹੋਊਗੀ ਘਰੋਂ ਤੇ ਵਿਚਾਰਾ ਉਹ ਤੁਰਿਆ ਮੈਂ ਆਇਆ ਜੀ ਤੇ ਉਹ ਵਾਪਸ ਹੀ ਮੁੜ ਕੇ ਮੁੜਿਆ ਜੀ ਠੀਕ ਹੈ ਨਾ ਤੇ ਖਿਆਲ ਤੇ ਹੁੰਦਾ ਹੀ ਆ ਹੁਣ ਉਹ ਅੱਜ ਵੀ ਉਹਦੀ ਦੇਖ ਲਓ ਵੀ ਫੈਨ ਫੋਲੋਇੰਗ ਇੰਨੀ ਆ ਜੀ ਬਿਲਕੁਲ ਉਹਨੇ ਜਿਹੜੀ ਦਸਤਾਰ ਆ ਪੂਰੇ ਵਰਲਡ ਤੱਕ ਪਹੁੰਚਾਤੀ ਜੀ ਠੀਕ ਹੈ ਨਾ ਜੀ ਗੋਰੇ ਕਾਲੇ ਉਹਨੇ ਕਿਹਾ ਸੀ ਆਉਣਗੇ ਵਾਕਈ ਆਉਂਦੇ ਨੇ ਜੀ ਆਪਾਂ ਦੇਖਿਆ ਠੀਕ ਹੈ ਨਾ ਵੇਖਿਆ ਨਾ ਤੇ ਇਹ ਬਹੁਤ ਮਾੜੀ ਗੱਲ ਹੈ ਇਦਾਂ ਹੋਣਾ ਨਹੀਂ ਸੀ ਚਾਹੀਦਾ ਪਰ ਇਹ ਆ ਵੀ ਉਹਨਾਂ ਦੇ ਜਿਹੜੇ ਹੁਣ ਚਲੋ ਪੰਜਾਬ ਪੁਲਿਸ ਵੀ ਆਪਣਾ ਕੰਮ ਕਰਦੀ ਹੈ ਇੱਕ ਗੱਲ ਫੜਿਆ ਜੂਏ ਤੋਂ ਲਿਆਂਦਾ ਰਿਪੋਰਟ ਕਰਕੇ ਬਾਕੀ ਵੀ ਹੌਲੀ ਹੌਲੀ ਪ੍ਰੋਸੈਸ ਨੂੰ ਤੁਹਾਨੂੰ ਪਤਾ ਟਾਈਮ ਤੇ ਲੱਗਦਾ ਹੀ ਹੈ ਜੀ ਬਿਲਕੁਲ ਹੌਲੀ ਹੌਲੀ ਆਉਣਗੇ ਜੀ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸੁਣਿਆ ਇਸ ਸਾਡੇ ਨਾਲ ਤਰਨਾ ਦਲ ਦੇ ਮੁਖੀ ਬਾਬਾ ਕੁਲਜੀਤ ਸਿੰਘ ਜਿਨ੍ਹਾਂ ਨਾਲ ਯੂਨੀਫਾਰਮ ਸਿਵਲ ਕੋਡ ਤੇ ਚਰਚਾ ਕੀਤੀ ਤੇ ਇਹਨਾਂ ਨੇ ਪ੍ਰਤੀਕਿਰਿਆ ਦਿੱਤੀ ਕਿ ਇਹ ਯੂਨੀਫਾਰਮ ਸਿਵਲ ਕੋਡ ਦੇ ਹੱਕ 'ਚ ਨੇ ਕਿਉਂਕਿ ਪਹਿਲਾਂ ਹੀ ਜਿਹੜੇ ਪੰਜਾਬ ਤੇ ਦੇਸ਼ ਦੇ ਹਿੰਦੂ ਤੇ ਸਿੱਖ ਭਰਾ ਨੇ ਉਹ ਯੂਨੀਫਾਰਮ ਸਿਵਲ ਕੋਡ ਦੇ ਅਕੋਰਡਿੰਗ ਹੀ ਚੱਲ ਰਹੇ ਨੇ ਕੋਈ ਇਹ ਨਵੀਂ ਚੀਜ਼ ਜਿਹੜੀ ਹੈ ਦੇਸ਼ ਵਾਸੀਆਂ ਲਈ ਨਹੀਂ ਹੈਗੀ ਦੂਜੀ ਗੱਲ ਅੰਮ੍ਰਿਤਪਾਲ ਦੇ ਵਿਰੋਧੀ ਰਹੇ ਨੇ ਤੇ ਇਹ ਅੱਜ ਵੀ ਅੰਮ੍ਰਿਤਪਾਲ ਦੇ ਖਿਲਾਫ ਕਈ ਗੱਲਾਂ ਕਈ ਖੁਲਾਸੇ ਇਹਨਾਂ ਵੱਲੋਂ ਕੀਤੇ ਗਏ ਨੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਐਪੀਸੋਡ ਜਿਹੜਾ ਚੰਗਾ ਲੱਗਾ